ਤੁਸੀਂ ਉਹਨਾਂ ਨਾਲ ਹੀ 25 ਤੋਂ 30 ਸਾਲ ਹੰਢਾ ਦਿੱਤੇ। ਉਦੋਂ ਤੁਹਾਡੇ 'ਚੋਂ ਕੋਈ ਬੋਲਿਆ ਨਹੀਂ। ਹੁਣ ਜਦੋਂ ਵੱਖ ਹੋ ਗਏ ਆ, ਜਿਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕੱਢਤਾ, ਹੁਣ ਕਹਿੰਦੇ ਤੁਸੀਂ ਸਾਰੇ ਬੋਲਣ ਲੱਗ ਗਏ। ਹੁਣ ਤੁਹਾਨੂੰ ਸਾਰਿਆਂ ਨੂੰ ਸਿਧਾਂਤ ਯਾਦ ਆ ਗਏ। ਉਹ ਜਦੋਂ ਸਿਧਾਂਤਾਂ ਦਾ ਕਤਲ ਹੋਇਆ, ਭਾਵੇਂ ਗੁਰਬਾਣੀ ਦੀ ਗੱਲ ਆਈ, ਗੁਰਮਤਿ ਦੀ ਗੱਲ ਆਈ, ਉਦੋਂ ਵੀ ਬੋਲਦੇ ਰਹੇ। ਮੀਡੀਆ ਦੇ ਵਿੱਚ ਆ ਕੇ ਤੁਸੀਂ ਡਿਫੈਂਡ ਲਗਾਤਾਰ ਕਰ ਰਹੇ ਹੋ। ਡਿਫੈਂਡ ਇਹੀ ਕਰਨਾ ਪਏਗਾ ਨਾ ਕਿ ਅਸੀਂ ਯਤਨ ਕਰਦੇ ਹਾਂ, ਅਸੀਂ ਯਤਨ ਕੀਤੇ ਹੈ। ਭਾਜਪਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਐਸਜੀਪੀਸੀ ਦੇ ਵਿੱਚ ਦਖਲ ਅੰਦਾਜ਼ੀ ਕਰ ਦਿੱਤੀ ਜਾਵੇ। ਆਰਐਸਐਸ ਵੜ ਜੇ, ਬੀਜੇਪੀ ਐਸਜੀਪੀਸੀ ਦੇ ਵਿੱਚ ਵੜ ਜੇ। ਕਿ ਅਲਾਈਅੰਸ ਕਰਨਾ ਕਿਸੇ ਦਾ ਮਾੜਾ ਨਹੀਂ। ਸੁਖਬੀਰ ਸਿੰਘ ਬਾਦਲ 'ਚ ਸਿੱਖੀ ਨਹੀਂ ਹੈ। ਸਿੱਖੀ ਹੋਵੇ ਤੇ ਫਿਰ ਸਿਧਾਂਤ ਦੀ ਗੱਲ ਨਾ ਕਰ। ਸਿੱਖੀ ਕੇਵਲ ਸਰੂਪ ਦਾ ਨਾਂ ਨਹੀਂ ਹੈ, ਸਿੱਖ ਹੈ। ਸਿੱਖ ਹੈ, ਸਿੱਖ ਸਰੂਪ ਹੈ, ਲੇਕਿਨ ਸਿੱਖੀ ਸਿਧਾਂਤ ਦੀ ਗੱਲ ਹੋਰ ਹੈ। ਦਖਲਅੰਦਾਜ਼ੀਆਂ ਹੁੰਦੀਆਂ ਕਿਹੋ ਜਿਹੀਆਂ ਨੇ? ਕੀ ਦਖਲਅੰਦਾਜ਼ੀ ਆਪ ਸੁਖਬੀਰ ਬਾਦਲ ਆਪ ਕਰਦੇ ਨੇ ਦਖਲਅੰਦਾਜ਼ੀ? ਮੇਰੇ ਹੁੰਦੇ ਤੇ ਜ਼ੋਰ ਨਹੀਂ ਚੱਲਦਾ। ਤਾਂ ਅਕਸਰ ਕਰਦੇ ਹੀ ਹੈ ਤੇ ਸਾਰਾ ਕੁਝ 10 ਕਰੋੜ ਰੁਪਏ ਦਾ ਜਦੋਂ ਟੈਂਟ ਲਾਇਆ, ਸਾਰਿਆਂ ਨੇ ਕਿਹਾ ਕਿ ਐਡਾ ਮਹਿੰਗਾ ਟੈਂਟ ਨਹੀਂ ਲੱਗਣਾ ਚਾਹੀਦਾ, 550 ਸਾਲਾਂ ਤੋਂ। ਹੁਣ ਉਹ 10 ਕਰੋੜ ਦਾ ਟੈਂਟ ਦੀ ਲੋੜ ਨਹੀਂ ਸੀ। ਉਹੀ ਚੀਜ਼ ਜਿਹੜੀ ਸੀ 20 ਲੱਖ 30 ਲੱਖ ਚੱਲ ਸਕਦੀ ਸੀ। ਕੌਮ ਦਾ ਪੈਸਾ, ਸਰਮਾਇਆ ਜਿਹੜਾ ਉਹ ਵੇਸਟ ਕਿਉਂ ਜਾਵੇ? ਤੇ ਦਿੱਲੀ ਦੀ ਕੰਪਨੀ ਕੋਲੋਂ ਲਿਆ ਕੇ ਲਵਾਇਆ, ਉਹ ਸਾਨੂੰ ਚੁੱਭਦਾ ਸੀ। ਲੋਕਾਂ ਦੀ ਪਰਸੈਪਸ਼ਨ ਬਣੀ ਹੋਈ ਹੈ ਕਿ ਬਾਦਲ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟ ਕੇ ਖਾ ਗਏ। ਤਾਂ ਕੀ ਇਹ ਸਹੀ ਸਾਬਤ ਹੁੰਦੀ ਹੈ ਕਿ ਇਹ ਇਸ ਚੀਜ਼ ਦੇ ਉੱਤੇ ਢੁਕਦੀ ਹੈ? ਕੋਈ ਠੇਕੇਦਾਰ ਨੂੰ ਕੰਮ ਦਿੱਤਾ, ਉਹ ਆਪਣੀ ਮਰਜ਼ੀ ਦਾ ਉਹ ਮਹਿੰਗਾ ਲੈਣ, ਉਹ ਸਸਤਾ ਲੈਣ। ਉਸ ਵੇਲੇ ਫਿਰ ਲੋਕਾਂ ਨੂੰ ਲੱਗਦਾ ਕਿ ਕੀ ਲੋੜ ਹੈ। ਕਿਉਂਕਿ ਇਹ ਕਹਿੰਦੇ ਨੇ ਨਾ ਕਿ ਕਬਜ਼ਾ ਬਾਦਲਾਂ ਦਾ ਐਸਜੀਪੀਸੀ ਦੇ ਉੱਤੇ ਇਸ ਕਰਕੇ ਹੈ ਕਿਉਂਕਿ ਉਹ ਸਿੱਧੇ ਤੌਰ ਦੇ ਉੱਤੇ ਇਸ ਮਾਇਆ ਦਾ ਇਸਤੇਮਾਲ ਕਰਦੇ ਨੇ। ਤਾਂ ਕੀ ਇਹ ਵਾਕਈ ਸੱਚ ਹੈ ਜਾਂ ਨਹੀਂ? ਸਿਰ ਇੱਕੋ ਹੀ ਹੈ ਕਿ ਜ਼ਿਆਦਾ ਪ੍ਰਚਾਰ ਕਰਨ ਦੇ ਨਾਲ ਲੋਕਾਂ ਦੇ ਮਨਾਂ 'ਚ ਗੱਲ ਬਿਠਾਤੀ ਕਿ ਸੱਚੀ ਮੁੱਚੀ ਖਰੇ ਗੋਲਕਾਂ ਦਾ ਪੈਸਾ ਜਿਹੜਾ ਬਾਦਲਾਂ ਦਾ। ਬੀਬੀ ਜਗੀਰ ਕੌਰ ਹੋਣੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਹਿੱਸਾ ਬਣ ਰਹੇ ਨੇ। ਢੀਂਡਸਾ ਸਾਹਿਬ ਨੇ ਬੜੀ ਵਾਰੀ ਕਿਹਾ, ਪਹਿਲਾਂ ਵੀ ਇੱਕ ਦਿਨ ਮੈਨੂੰ ਇਹਨਾਂ ਘਰ ਬੁਲਾਇਆ ਸੀ ਕਿ ਤੁਸੀਂ ਸਾਡੇ ਨਾਲ ਸਾਥ ਦਿਓ। ਸਾਰੇ ਚੱਲੇ ਹੋਏ ਕਾਰਤੂਸ ਇਕੱਠੇ ਹੋ ਰਹੇ ਨੇ। ਕਹਿੰਦੇ ਕਿ ਜਿਨ੍ਹਾਂ ਦਾ ਆਪ ਦਾ ਕੋਈ ਸਿਆਸੀ ਭਵਿੱਖ ਨਹੀਂ ਰਿਹਾ, ਵੋਟਾਂ ਹਾਰ ਗਏ ਜਾਂ ਕਹਿ ਲਓ ਕਿ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ, ਤਾਂ ਕਹਿੰਦੇ ਇਹ ਇਕੱਠੇ ਹੋ ਕੇ ਹੁਣ ਕੀ ਅਕਾਲੀ ਦਲ ਚੱਲਣਗੇ? ਬੀਜੇਪੀ ਇਹ ਸਾਰਾ ਖੇਡ ਰਹੀ ਹੈ। ਬੀਜੇਪੀ ਹੀ ਤੁਹਾਨੂੰ ਬੈਕਿੰਗ ਕਰਕੇ ਇੱਕ ਅਲੱਗ ਤੋਂ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਖੜੀ ਕਰ ਰਹੀ ਹੈ। ਜਿਹੜਾ ਕਿਸੇ ਦਾ ਅਲਾਈਅੰਸ ਕਰਕੇ ਪੰਜਾਬ ਨੂੰ ਬਚਾਏ ਵੀ ਤੇ ਪੰਜਾਬ ਨੂੰ ਤਕੜਾ ਵੀ ਕਰੇ ਤੇ ਉਹਦਾ ਬੈਨੀਫਿਟ ਵੀ ਕਰੇ ਤੇ ਪੰਥਕ ਪਰੰਪਰਾਵਾਂ ਵੀ ਬਚਾਵੇ, ਮਰਿਆਦਾ ਵੀ ਬਚਾਏ, ਉਹ ਠੀਕ ਹੈ। ਉਹ ਕਿਹੜਾ ਉਹਦਾ ਹੋਊਗਾ ਜੇ ਨਵਾਂ ਰੀਫਾਰਮੇਸ਼ਨ ਹੁੰਦੀ ਹੈ? ਬੀਬੀ ਜੀ ਪ੍ਰਧਾਨ ਹੋਣਗੇ, ਉਪ ਪ੍ਰਧਾਨ ਹੋਣਗੇ? ਕਿਉਂਕਿ ਸਾਡੇ ਕੋਲ ਚਰਚਾਵਾਂ ਇਹ ਨੇ ਕਿ ਕਹਿੰਦੇ ਕਿ ਬੀਬੀ ਜੀ ਕਹਿੰਦੇ ਨੇ ਕਿ ਉਪ ਪ੍ਰਧਾਨ ਬਣਾਇਆ ਜਾਵੇ। ਮੈਂ ਤਾਂ ਨਹੀਂ ਕਿਹਾ ਜੀ। ਇਹ ਵੀ ਹਲਕਾ ਮਹਿਸੂਸ ਕਰਦੇ ਪਏ ਹੋ ਆਪਣੇ ਆਪ ਨੂੰ? ਬਿਲਕੁਲ, ਬਹੁਤ ਰਾਹਤ ਹੈ। ਅੱਗੇ ਕਈ ਗੱਲਾਂ ਸੁਣਦੇ ਸੀਗੀਆਂ, ਹੁਣ ਲੋਕੀ ਨਹੀਂ ਕਹਿੰਦੇ। ਅੱਗੇ ਕਈ ਜਵਾਬ ਦੇਣੇ ਪੈਂਦੇ ਸੀਗੇ, ਹੁਣ ਨਹੀਂ ਦੇਣੇ ਪੈਂਦੇ। ਕੋਈ ਬੋਝ ਹਲਕਾ ਹੋਇਆ ਹੋਵੇ? ਬੋਝ ਹਲਕਾ ਇਹ ਹੋਇਆ ਕਿ ਜਿਹੜੀਆਂ ਗੱਲਾਂ ਦੋਸਤ ਤੇ ਕਿਸੇ ਦਾ ਸੀਗਾ ਤੇ ਜਵਾਬ ਸਾਨੂੰ ਦੇਣੇ ਪੈਂਦੇ ਸੀ, ਤੇ ਕਈ ਤਾਂ ਝੂਠ ਵੀ ਬੋਲਣਾ ਪੈਂਦਾ ਸੀ। ਮੈਂ ਸਾਰੀ ਸੰਗਤ ਕੋਲ ਮਾਫੀ ਮੰਗਦੀ ਹਾਂ ਕਿ ਜੇ ਹੋਈਆਂ ਗਲਤੀਆਂ ਵਿੱਚ ਕਿਤੇ ਸਾਡੀ ਸ਼ਮੂਲੀਅਤ ਹੋਵੇ ਤੇ ਮੈਂ ਸਮਝਦੀ ਹਾਂ ਮੈਂ ਮਾਫੀ ਮੰਗਦਾ। ਕਿ ਜੇ ਸਾਡੇ ਕਿਸੇ ਕੰਮ ਦੇ ਨਾਲ ਸੰਗਤ ਦੇ ਹਿਰਦੇ ਨੂੰ ਪੀੜਾ ਹੋਈ ਹੋਵੇ, ਸੰਗਤ ਦੇ ਮਨ ਨੂੰ ਚੋਟ ਵੱਜੀ ਹੋਵੇ, ਤੇ ਮੈਂ ਤੇ ਹੱਥ ਜੋੜ ਕੇ ਸਾਰੀ ਸੰਗਤ ਅਕਾਲੀ ਦਲ ਦੀ ਮੁੜ ਪੁਨਰ ਸੁਰਜੀਤੀ ਦੇ ਲਈ ਵੱਖ-ਵੱਖ ਅਕਾਲੀ ਦਲ ਬਾਦਲ ਦੇ ਵਿੱਚੋਂ ਵੱਖ ਹੋਏ ਅਕਾਲੀ ਲੀਡਰ ਇੱਕੋ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਰਹੇ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵੱਲੋਂ ਇੱਕ ਬੈਠਕ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬੀਬੀ ਜਗੀਰ ਕੌਰ, ਜਗਮੀਤ ਬਰਾੜ ਹੋਣੀ ਹਿੱਸਾ ਲੈਂਦੇ ਨੇ। ਕਿਸ ਤਰੀਕੇ ਦੇ ਨਾਲ ਇਸ ਬੈਠਕ ਦੀ ਰੂਪਰੇਖਾ ਨੂੰ ਲੋਕ ਵੇਖਣ ਔਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਾਰੇ ਇੱਕੋ ਪਲੇਟਫਾਰਮ ਦੇ ਉੱਤੇ ਇਕੱਠਿਆਂ ਨਜ਼ਰ ਆਉਣਗੇ, ਇਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਬੀਬੀ ਜਗੀਰ ਕੌਰ ਜੀ ਹੋਣੀ ਮੌਜੂਦ ਨੇ। ਬੀਬੀ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬੀ ਜੀ। ਕਿਵੇਂ ਸਮਝੀ ਹੈ ਅੱਜ ਦੀ ਜਿਹੜੀ ਇਹ ਬੈਠਕ ਹੋਈ ਹੈ? ਸਾਰੇ ਇੱਕ ਪਲੇਟਫਾਰਮ ਦੇ ਉੱਤੇ ਤੁਸੀਂ ਇਕੱਠੇ ਹੋਏ ਹੋ। ਕੱਲ੍ਹ ਰਾਤ ਵੀ ਬਹੁਤ ਲੰਬੀ ਵਿਚਾਰ ਚਰਚਾਵਾਂ ਹੋਈਆਂ ਨੇ। ਇਹ ਮੰਨ ਕੇ ਚੱਲੀਏ ਕਿ ਬੀਬੀ ਜਗੀਰ ਕੌਰ ਹੋਣੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਹਿੱਸਾ ਬਣ ਰਹੇ ਨੇ
ਜਾਂ ਫਿਰ ਇਸ ਨੂੰ ਅਜੇ ਕੁਝ ਹੋਰ ਤਰੀਕੇ ਨਾਲ ਵੇਖਿਆ ਜਾਵੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਹੈ, ਜੀ ਐਗਜ਼ੈਕਟਿਵ ਦੀ ਚੋਣ ਹੋਈ ਹੈ, ਜੀ, ਉਸ ਵੇਲੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਦੀ ਪੂਰੀ ਟੀਮ ਨੇ ਮੇਰੇ ਨਾਲ ਬੜਾ ਸਹਿਯੋਗ ਦਿੱਤਾ। ਠੀਕ ਹੈ। ਔਰ ਜਿੰਨੇ ਵੀ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਲੈ ਕੇ ਤੁਰਨਾ ਹੋਇਆ, ਉਹਨਾਂ ਨੇ ਮੇਰਾ ਪੂਰਾ ਇਹਦੇ ਨਾਲ ਸਾਥ ਦਿੱਤਾ। ਠੀਕ ਹੈ। ਉਦੋਂ ਤੋਂ ਲੈ ਕੇ ਸਾਰੇ ਮੈਂਬਰ, ਸਾਰੇ ਜਿਹੜੀ ਪਾਰਟੀ ਸੀ, ਉਹ ਲਗਾਤਾਰ ਮੇਰੇ ਨਾਲ ਰਾਬਤੇ 'ਚ ਹੈ। ਠੀਕ ਹੈ। ਉਹ ਕਹਿੰਦੇ ਆ ਕਿ ਕਿਸੇ ਤਰ੍ਹਾਂ ਮੈਂ, ਕਿਉਂਕਿ ਮੈਂ ਵੀ ਮਨ ਬਣਾਇਆ ਹੋਇਆ ਕਿ ਮੈਂ ਪੰਜਾਬ ਦੇ ਇਕੱਲੇ ਹਲਕਿਆਂ 'ਚ ਜਾ ਕੇ ਪ੍ਰੋਗਰਾਮ ਕਰਕੇ, ਮੀਟਿੰਗਾਂ ਕਰਕੇ, ਪੰਥ ਦੀ ਚੜ੍ਹਦੀ ਕਲਾ, ਪੰਥ ਦੇ ਸਿਧਾਂਤਾਂ ਦੀ, ਗੁਰਮਤਿ ਦੀ, ਮਰਿਆਦਾ ਦੀ, ਜਾਂ ਪੰਜਾਬ ਦੀ ਮਤਲਬ ਸਿਆਸਤ ਵਿੱਚ, ਰਾਜਨੀਤੀ ਵਿੱਚ ਤਕੜੇ ਹੋਣ ਦੇ ਸੰਬੰਧ ਵਿੱਚ, ਠੀਕ ਹੈ, ਜਾਂ ਪੰਜਾਬ ਦੀ ਖੁਸ਼ਹਾਲੀ, ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਜਿੰਨਾ ਵੀ ਰੋਲ ਅਦਾ ਕੀਤਾ ਜਾਏ ਉਹਨਾਂ ਥੋੜਾ, ਇਹ ਮੈਂ ਆਪਣਾ ਮਨ ਬਣਾ ਕੇ ਤੁਰੀ ਹੋਈ ਹਾਂ। ਕਿਉਂਕਿ ਬਹੁਤ ਸਾਰੇ ਲੋਕਾਂ ਦੀ ਆਵਾਜ਼ ਆ ਰਹੀ ਹੈ। ਇਹਨਾਂ ਨੇ ਵੀ ਇਕੱਲੇ ਨੇ ਮੈਨੂੰ ਕਿਹਾ, ਤਕਰੀਬਨ ਢੀਂਡਸਾ ਸਾਹਿਬ ਨੇ ਬੜੀ ਵਾਰੀ ਕਿਹਾ, ਪਹਿਲਾਂ ਵੀ ਇੱਕ ਦਿਨ ਮੈਨੂੰ ਇਹਨਾਂ ਘਰ ਬੁਲਾਇਆ ਸੀ ਕਿ ਤੁਸੀਂ ਸਾਡੇ ਨਾਲ ਸਾਥ ਦਿਓ, ਤੇ ਮੈਨੂੰ ਕਿਹਾ ਸੀ ਕੋਈ ਗੱਲ ਨਹੀਂ, ਜਿੱਥੇ ਵੀ ਤੁਹਾਨੂੰ ਮੇਰੀ ਲੋੜ ਹੈ ਤੇ ਮੈਂ ਹਾਜ਼ਰ ਹਾਂ। ਕਿਉਂਕਿ ਮੈਨੂੰ ਤਾਂ ਚਾਹੀਦਾ ਕਿ ਪੰਜਾਬ ਜਿਹੜਾ ਇਹਦੀ ਖੇਤਰੀ ਪਾਰਟੀ ਬਚਣੀ ਚਾਹੀਦੀ ਹੈ। ਠੀਕ ਹੈ। ਜੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਲੋਕਾਂ ਦਾ ਵਿਸ਼ਵਾਸ ਘਟਿਆ, ਤੇ ਸਾਨੂੰ ਇਹ ਜ਼ਰੂਰੀ ਹੈ ਕਿ ਆਪਣੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ। ਪਰ ਇਹ ਪਹਿਲਾਂ ਸਭ ਤੋਂ ਵੱਡਾ ਸਾਨੂੰ ਮਿਹਨਤ ਇਹ ਕਰਨੀ ਪਏਗੀ ਕਿ ਅਸੀਂ ਲੋਕਾਂ ਨੂੰ ਪਰੋਸ ਕੇ ਕੀ ਦਿੰਦੇ ਹਾਂ। ਕੋਈ ਧਾਰਮਿਕ ਏਜੰਡੇ ਬਣਾਓ, ਕੁਝ ਪੰਜਾਬ ਦੇ ਏਜੰਡੇ ਬਣਾਓ ਰਾਜਨੀਤਿਕ ਤੌਰ ਦੇ ਉੱਤੇ, ਉਹਨੂੰ ਅਸੀਂ ਕਿੱਦਾਂ ਪ੍ਰੈਕਟੀਕਲੀ ਲੋਕਾਂ ਨੂੰ ਵਿਸ਼ਵਾਸ ਕਿੱਦਾਂ ਦਵਾ ਸਕਦੇ ਹਾਂ ਵੀ ਅਸੀਂ ਇਹ ਕਰਾਵਾਂਗੇ, ਇਹ ਕਰਾਂਗੇ। ਤੇ ਇਸ ਕਰਕੇ ਖੇਤਰੀ ਪਾਰਟੀ ਦੇ ਲੋਕੀ ਵਿਸ਼ਵਾਸ ਕਰਦੇ ਆ ਔਰ ਲੋਕੀ ਚਿੰਤਤ ਵੀ ਆ। ਪਰ ਬੀਬੀ, ਤੁਹਾਨੂੰ ਲੱਗਦਾ ਹੈ ਕਿ ਲੋਕੀ ਵਿਸ਼ਵਾਸ ਕਰ ਪਾਉਣਗੇ, ਲੋਕੀ ਦੁਬਾਰਾ ਤੁਹਾਡੇ ਉੱਤੇ ਭਰੋਸਾ ਕਰ ਪਾਉਣਗੇ? ਕਿਉਂਕਿ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਤੁਸੀਂ ਉਹਨਾਂ ਨਾਲ ਹੀ 25 ਤੋਂ 30 ਸਾਲ ਹੰਢਾ ਦਿੱਤੇ, ਉਦੋਂ ਤੁਹਾਡੇ 'ਚੋਂ ਕੋਈ ਬੋਲਿਆ ਨਹੀਂ, ਹੁਣ ਜਦੋਂ ਵੱਖ ਹੋ ਗਏ ਆ, ਜਿਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕੱਢਤਾ, ਹੁਣ ਕਹਿੰਦੇ ਤੁਸੀਂ ਸਾਰੇ ਬੋਲਣ ਲੱਗ ਗਏ, ਹੁਣ ਤੁਹਾਨੂੰ ਸਾਰਿਆਂ ਨੂੰ ਸਿਧਾਂਤ ਯਾਦ ਆ ਗਏ। ਦੇਖੋ, ਜਦੋਂ ਪਾਰਟੀ 'ਚ ਹੋਈਏ ਉਦੋਂ ਜ਼ਾਬਤਾ ਵੀ ਰੱਖਣਾ ਪੈਂਦਾ। ਪਾਰਟੀ ਵਿੱਚ ਅੰਦਰ ਖਾਤੇ ਆਪਾਂ ਗੱਲਾਂ ਕਹਿੰਦੇ ਹਾਂ, ਜਿਸ ਤਰ੍ਹਾਂ ਘਰ ਵਿੱਚ ਇੱਕ ਪਰਿਵਾਰ ਹੈ ਜੀ, ਜੋ ਪਰਿਵਾਰ ਦੇ ਵਿੱਚ ਕੋਈ ਗਲਤੀ ਵੀ ਕਰਦਾ ਫਿਰ ਉਹਨੂੰ ਸਮਝਾਉਣਾ ਪੈਂਦਾ, ਫਿਰ ਇੱਕ ਨੂੰ ਕਹਿਣਾ ਪੈਂਦਾ, ਦੂਜੇ ਨੂੰ ਕਹਿਣਾ ਪੈਂਦਾ। ਇਸ ਤਰ੍ਹਾਂ ਪਾਰਟੀ ਦਾ ਜ਼ਾਬਤਾ ਸੀ। ਜਿਸ ਵੇਲੇ ਸਰਕਾਰ ਸੀ, ਸਰਕਾਰ ਦੇ ਵਿੱਚ ਜਦੋਂ ਉਹ ਕੁਤਾਹੀਆਂ ਹੋਈਆਂ, ਪੰਥਕ ਸੋਚ ਜਿਹੜੀ ਸਾਡੇ ਨੂੰ ਟੁੱਟੀ, ਉਹਦਾ ਕਾਰਨ ਕੀ ਸੀ? ਪਹਿਲਾਂ ਤਾਂ 2007 ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਰਾਮ ਰਹੀਮ ਦੇ ਉੱਤੇ, ਉਹ ਪਰਚਾ ਦਰਜ ਕੀਤਾ, ਉਹ ਤੋਂ ਸਿਰੇ ਨਹੀਂ ਚੜਿਆ, ਮਤਲਬ ਉਹਦੀ ਪੂਰੀ ਕਾਰਵਾਈ ਨਹੀਂ ਹੋਈ। ਜੇ ਉਹ ਕਾਰਵਾਈ ਹੋ ਜਾਂਦੀ ਤੇ ਫਿਰ ਦੂਜਾ ਜਿਹੜਾ ਸੀਗਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਾ ਹੁੰਦਾ ਜੀ। ਜੇ ਫਿਰ ਅਪਮਾਨ ਹੋਇਆ ਸੀ ਤੇ ਉਹਦੇ ਲੋਕ ਜਿਹੜੇ ਸੀਗੇ ਦੋਸ਼ੀ ਉਹ ਫੜੇ ਜਾਂਦੇ, ਤੇ ਫਿਰ ਬਾਈਬਲ ਕਾਂਡ, ਗੋਲੀ ਕਾਂਡ ਨਾ ਹੁੰਦਾ। ਸੋ ਬਰਗਾੜੀ ਕਾਂਡ, ਬਾਈਬਲ ਕਾਂਡ ਦਾ ਉਹ 2007 ਦਾ ਸਿੱਟਾ ਜਿਹੜਾ ਉਹ 15 ਚ ਜਾ ਕੇ ਨਿਕਲਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਲਦੀਆਂ ਰਹੀਆਂ। ਹੁਣ ਪਰਸੋਂ ਇੱਕ ਬਿਆਨ ਸੀ ਸਿੰਘ ਸਾਹਿਬ ਜੀ ਦਾ, ਮਾਨਜੋਤ ਸਿੰਘ ਸਾਹਿਬ ਜੀ ਨੇ ਆਪਣੀ ਪੋਸਟ ਤੇ ਪਾਇਆ ਸੀ ਕਿ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕਤਲ ਹੋਇਆ ਸੀ ਜੀ, ਉਦੋਂ ਮੇਰੇ ਖਿਆਲ ਜਦੋਂ ਕਾਂਗਰਸੀ ਸਰਕਾਰ ਸੀ 92-93 ਤੋਂ ਬਾਅਦ, ਤੇ ਉਦੋਂ 96 ਦੇ ਵਿੱਚ 97 ਚ ਜਦੋਂ ਅਸੀਂ ਚੋਣ ਲੜੀ ਆ, ਅਸੀਂ ਚੋਣ ਮੈਨੀਫੈਸਟੋ ਇੱਕ ਹਿੱਸਾ ਬਣਾਇਆ ਸੀ ਜੀ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਲੋਕਾਂ 'ਚ ਵਿਸ਼ਵਾਸ ਜਿੱਤਿਆ ਸੀਗਾ ਕਿ ਅਸੀਂ ਉਹਦੀ ਪੂਰੀ ਘੋਖ ਕਰਾਵਾਂਗੇ, ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ, ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ ਜੀ। ਹੁਣ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਹੈ, ਉਹ ਸਾਰੇ ਦੇ ਮਨ ਨੂੰ ਇੱਕਦਮ ਫਿਰ ਦੁਖੀ ਹੋਇਆ। ਇਦਾਂ ਗੱਲਾਂ ਜਿਹੜੀਆਂ ਪੱਟੀਆਂ ਜਾਂਦੀਆਂ, ਖਾਲੜੇ ਦੀ ਜਿਹੜੀ ਕਤਲ ਸੀਗਾ ਉਹਦੀ ਗੱਲ, ਫਿਰ ਇਹਦੀ ਗੱਲ, ਉਹ ਫਿਰ ਇੱਕਦਮ ਸਾਰਿਆਂ ਨੂੰ ਸਟ੍ਰਾਈਕ ਕਰਦਾ ਕਿ ਜਦੋਂ ਤੁਸੀਂ ਕਿਹਾ ਸੀਗਾ ਤੇ ਫਿਰ ਕਮੇਟੀ ਵੀ ਬਣਾਈ, ਜਿੱਦਾਂ ਸਿੱਟ ਬਣਾਈ ਜਾਂ ਅੱਜ ਕੱਲ੍ਹ ਸਿੱਟਾਂ ਬਣਦੀਆਂ, ਉਹ ਕਮੇਟੀ ਬਣਾਈ, ਉਹਨਾਂ ਨੇ ਇਨਕੁਆਇਰੀ ਰਿਪੋਰਟ ਦਿੱਤੀ ਜੀ। ਫਿਰ ਇਨਕੁਆਇਰੀ ਰਿਪੋਰਟ ਜਿਹੜੀ ਸੀ ਉਹ ਜਨਤਕ ਵੀ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਸੀ, ਉਹ ਕਿਉਂ ਨਹੀਂ ਕੀਤੀ? ਸੋ ਜੇ ਜਨਤਕ ਹੋਵੇ, ਇਹਦਾ ਮਤਲਬ ਕਿ ਜਿਹੜੇ ਦੋਸ਼ੀ ਹੈ ਆਪਾਂ ਉਹਨਾਂ ਨੂੰ ਬਚਾਉਣ ਤੇ ਲੱਗਦੇ ਹਾਂ। ਜਿਨ੍ਹਾਂ ਨੂੰ ਤਕਲੀਫ ਹੋਈ ਹੈ, ਜਿਨ੍ਹਾਂ ਦਾ ਹੱਤਿਆ ਹੋਈ ਹੈ, ਜਿਹਨਾਂ ਦਾ ਕਤਲ ਹੋਇਆ, ਆਪਾਂ ਉਹਨਾਂ ਨੂੰ ਖੜਨਾ ਚਾਹੀਦਾ, ਉਹਨਾਂ ਨਾਲ ਖੜਨਾ ਚਾਹੀਦਾ ਕਿ ਜਿਨ੍ਹਾਂ ਨੇ ਕਤਲ ਕੀਤੇ ਉਹਨਾਂ ਨਾਲ ਖੜਨਾ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ ਬਾਰ-ਬਾਰ ਨਿਕਲਦੀਆਂ, ਉਹ ਲੋਕਾਂ ਦੇ ਮਨਾਂ ਨੂੰ ਫਿਰ ਬਾਰ-ਬਾਰ ਭੁਲੂੰਦਰਦੀਆਂ। ਸੋ ਮੈਂ ਸਮਝਦੀ ਅਸੀਂ ਵਿੱਚ ਜਦੋਂ ਗੱਲਾਂ ਕਰਦੇ ਸੀ, ਦੇਖੋ ਜਦੋਂ ਸਿਧਾਂਤਾਂ ਦਾ ਕਤਲ ਹੋਇਆ, ਭਾਵੇਂ ਉਹ ਗੁਰਬਾਣੀ ਦੀ ਗੱਲ ਆਈ, ਗੁਰਮਤਿ ਦੀ ਗੱਲ ਆਈ, ਉਦੋਂ ਵੀ ਬੋਲਦੇ ਰਹੇ, ਕੋਈ ਇਹ ਨਹੀਂ ਕਿ ਨਹੀਂ ਬੋਲਦੇ ਰਹੇ। ਇਹੀ ਤਾਂ ਪਰ ਉਹਦੇ ਨਾਲ ਤੁਸੀਂ ਡਿਫੈਂਡ ਵੀ ਕਰਦੇ ਰਹੇ, ਉਹਨਾਂ ਮੀਡੀਆ ਦੇ ਵਿੱਚ ਆ ਕੇ ਤੁਸੀਂ ਡਿਫੈਂਡ ਲਗਾਤਾਰ ਕਰਦੇ ਰਹੇ। ਡਿਫੈਂਡ ਇਹੀ ਕਰਨਾ ਪਏਗਾ ਨਾ ਕਿ ਅਸੀਂ ਯਤਨ ਕਰਦੇ ਹਾਂ, ਅਸੀਂ ਯਤਨ ਕੀਤੇ ਹੈ,
ਉਹ ਕਹਿਣਾ ਹੀ ਪੈਂਦਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਗਲਤੀ ਵੀ ਮੈਂ ਮੰਨਦੀ ਰਹੀ ਹਾਂ ਕਿ ਇਹ ਸਾਡੀ ਗਲਤੀ ਹੈ। ਪੰਥਕ ਲੋਕ ਇਸੇ ਲਈ ਸਾਡੇ ਤੋਂ ਨਾਰਾਜ਼ ਹੋਏ ਆ ਕਿ ਸਾਡੇ ਕੋਲ ਗਲਤੀ ਜਿਹੜੀ ਸੀ ਸੁਧਾਰੀ ਨਹੀਂ ਗਈ, ਅਸੀਂ ਉਹਦਾ ਲੋਕਾਂ ਨੂੰ ਮਰਮ ਨਹੀਂ ਲਾ ਸਕੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੈ ਤੇ ਦੁਖਦਾਈ ਹੋਈਆਂ, ਪਰ ਵਿੱਚ ਪਾਰਟੀ ਦੇ ਜਦੋਂ ਬੰਦੇ ਦਾ ਜ਼ੋਰ ਨਾ ਹੀ ਚੱਲੇ, ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਤੇ ਅਖੀਰ ਦੇ ਉੱਤੇ ਸਟੈਪ ਹਰ ਕੋਈ ਚੁੱਕਦਾ ਜਦੋਂ ਕਿ ਪੇਸ਼ ਨਾ ਜਾਵੇ। ਤੁਸੀਂ ਕਹਿ ਰਹੇ ਹੋ ਕਿ ਪਾਰਟੀ ਜ਼ੋਰ ਨਹੀਂ ਚੱਲਿਆ ਤਾਂ ਹੁਣ ਸਟੈਪ ਚੁੱਕਿਆ। ਬਹੁਤੇ ਲੋਕਾਂ ਦੇ ਮਨਾਂ 'ਚ ਹੁਣ ਇਹ ਵੀ ਸਵਾਲ ਬੀਬੀ ਜੀ ਉੱਠ ਗਏ ਨੇ, ਕਹਿੰਦੇ ਕਿ ਜ਼ੋਰ ਤੁਹਾਡਾ ਨਹੀਂ ਚੱਲਿਆ ਪਰ ਉਧਰੋਂ ਭਾਜਪਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਐਸਜੀਪੀਸੀ ਦੇ ਵਿੱਚ ਦਖਲ ਅੰਦਾਜ਼ੀ ਕਰ ਦਿੱਤੀ ਜਾਵੇ, ਆਰਐਸਐਸ ਵੜ ਜੇ, ਬੀਜੇਪੀ ਐਸਜੀਪੀਸੀ ਦੇ ਵਿੱਚ ਵੜ ਜੇ ਔਰ ਮੋਹਰਾ ਜਿਹੜਾ ਹੈਗਾ ਉਹ ਇਹ ਸੰਯੁਕਤ ਜਿਹੜਾ ਅਕਾਲੀ ਦਲ ਬਣਿਆ ਹੋਇਆ ਇਹਦੇ ਜ਼ਰੀਏ ਬਣਾਇਆ ਜਾਵੇ। ਤਾਂ ਲੱਗਦਾ ਹੈ ਕਿ ਹੁਣ ਜੇ ਤੁਸੀਂ ਸਾਰੇ ਇਕੱਠੇ ਇੱਕ ਪਲੇਟਫਾਰਮ ਦੇ ਉੱਤੇ ਆਓਗੇ, ਢੀਂਡਸਾ ਦਾ ਪਹਿਲਾਂ ਹੀ ਅਲਾਈਅੰਸ ਹੈਗਾ, ਫਿਰ ਜਿਹੜੀ ਗੱਲਾਂ ਨਿਕਲਦੀਆਂ ਸੀ ਕਿ ਬੀਬੀ ਉਹਨਾਂ ਨੂੰ ਬੈਕਿੰਗ ਬੀਜੇਪੀ ਦੀ, ਉਹ ਚੀਜ਼ਾਂ ਫਿਰ ਸਾਬਤ ਹੋਣਗੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਬੀਜੇਪੀ ਦੀ ਮੇਰੇ ਨਾਲ ਬੈਕਿੰਗ ਕਿੱਦਾਂ ਹੋਈ। ਦੇਖੋ ਗੱਲ ਇਹ ਹੈ ਕਿ ਮੈਂਬਰ ਐਸਜੀਪੀਸੀ ਦੇ ਉਹ ਹੈ ਜਿਨ੍ਹਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਟਿਕਟਾਂ ਦੇ ਕੇ ਬਣਾਏ ਆ। ਬੀਜੇਪੀ ਦੇ ਤਾਂ ਕੋਈ ਵਿੱਚ ਮੈਂਬਰ ਹੀ ਨਹੀਂ ਹੈਗੇ, ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਬਣੇ। ਪਰ ਅਫਸੋਸ ਇਸ ਗੱਲ ਦਾ ਕਿ ਢੀਂਡਸੇ ਦੇ ਮੈਂਬਰ ਹੈਗੇ ਨਹੀਂ ਜਿਹੜੇ ਦੋਸ਼ ਢੀਂਡਸੇ ਦੇ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਲਈ ਹੈ। ਉਹ ਤੇ ਗੁੱਸੇ ਗੱਸੇ ਹੋ ਕੇ ਢੀਂਡਸਾ ਸਾਹਿਬ ਦੇ ਨਾਲ ਗਏ ਹੋਏ ਆ, ਵਕਤਾ ਹੋਏ ਨਾ, ਮਤਲਬ ਵੱਖ ਹੋਏ ਆ। ਇਹਦਾ ਮਤਲਬ ਵੀ ਹੈ ਤੇ ਮੈਂਬਰ ਸਾਡੇ ਹੀ ਹੈ ਨਾ, ਉਹ ਐਸਜੀਪੀਸੀ ਦੇ ਮੈਂਬਰ ਹੈ। ਕੋਈ ਭਾਜਪਾ ਨੇ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜਾਏ, ਕੋਈ ਢੀਂਡਸੇ ਨਾਲ ਨਹੀਂ ਲੜਾਏ, ਸਾਰੇ ਉਸ ਵੇਲੇ ਇਕੱਠੇ ਸੀ। ਪਰ ਉਦੋਂ ਇਕੱਠੇ ਸੀ, ਪਰ ਹੁਣ ਐਟ ਪ੍ਰੈਜ਼ੈਂਟ ਤਾਂ ਅਲੱਗ-ਅਲੱਗ ਫੈਕਸ਼ਨਲਸ ਦੇ ਵਿੱਚ ਬਣ ਚੁੱਕੇ ਨੇ ਨਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਰ ਇੱਕ ਗੱਲ ਦੱਸੋ ਵੀ ਇਹ ਚ ਭਾਜਪਾ ਦਾ ਕੀ ਰੋਲ ਹੋਇਆ? ਵੋਟਾਂ ਤੇ ਅਸੀਂ ਮੈਂਬਰਾਂ ਕੋ ਮੰਗੀਆਂ, ਕੀ ਢੀਂਡਸਾ ਸਿੱਖ ਨੇ, ਕੀ ਢੀਂਡਸਾ ਅਕਾਲੀ ਨਹੀਂ ਰਿਹਾ ਸਾਰੀ ਜ਼ਿੰਦਗੀ? ਜੇ ਭਾਜਪਾ ਨਾਲ ਅਲਾਈਅੰਸ, ਕਿਸੇ ਵੀ ਪਾਰਟੀ ਨਾਲ ਅਲਾਈਅੰਸ ਕਰਨਾ ਕੋਈ ਮਾੜਾ ਨਹੀਂ ਹੈ। ਮੈਂ ਇਹ ਗੱਲ ਸਹਿਮਤ ਹਾਂ ਇਸ ਗੱਲ ਨਾਲ ਕਿ ਅਲਾਈਅੰਸ ਕਰਨਾ ਕਿਸੇ ਦਾ ਮਾੜਾ ਨਹੀਂ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਲਾਈਅੰਸ ਕੀਤਾ, ਇਹਨਾਂ ਨੇ ਮਿਨਿਸਟਰੀਆਂ ਪਹੁੰਚ ਗਈਆਂ, ਇਹਨਾਂ ਨੇ ਐਮਪੀ ਬਣੇ, ਇਹਨਾਂ ਨੇ ਸਰਕਾਰਾਂ 'ਚ ਉੱਥੇ ਤਾਕਤ ਬਣਾਈ, ਇਹਨਾਂ ਨੇ ਉੱਥੋਂ ਸਾਰਾ ਕੁਝ ਲਿਆ ਕੇ ਇੱਥੇ ਬਣਾਇਆ ਜੀ। ਪਰ ਦੁੱਖ ਤੇ ਉਦੋਂ ਹੁੰਦਾ ਜਦੋਂ ਕਿ ਕਿਸੇ ਦੇ ਅਲਾਈਅੰਸ ਵਿੱਚੋਂ ਆਪਣੀ ਮੂਲ ਵਿਚਾਰਧਾਰਾ ਖਤਮ ਕਰ ਦੀ। ਅਕਾਲੀ ਵਿਚਾਰਧਾਰਾ ਖਤਮ ਕੀਤੀ, ਮੂਲ ਵਿਚਾਰਧਾਰਾ ਖਤਮ ਹੋਈ। ਇਹਦਾ ਮਤਲਬ ਕਿ ਉਹਨਾਂ ਦੇ ਪ੍ਰੈਸ਼ਰ ਥੱਲੇ ਇਹਨਾਂ ਨੇ ਕੰਮ ਕੀਤਾ, ਅਸੀਂ ਤਾਂ ਨਹੀਂ ਕੀਤਾ। ਜੇ ਅਸੀਂ ਸਿੱਖੀ ਦੀ ਗੱਲ ਕਰਦੇ ਸੀ, ਹੁਣ ਸਿੱਖ ਤੇ ਹੈ ਪਰ ਸਿੱਖੀ ਨਹੀਂ ਹੈ। ਜੇ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਜੇ 2021 ਦੇ ਵਿੱਚ ਮੈਂ ਪ੍ਰਧਾਨ ਸੀ, ਮੁੱਖ ਸੇਵਾਦਾਰ ਸੀ, ਉਸ 2021 ਦੇ ਵਿੱਚ ਇੱਕ ਜਗੀਰ ਕੌਰ ਨੇ ਮਤਾ ਪਾਇਆ ਸੀਗਾ ਕਿ ਆਰਐਸਐਸ ਜੇ ਕੋਈ ਸਾਡੇ ਧਾਰਮਿਕ ਜਾਂ ਗੁਰਮਤ ਦੇ ਵਿੱਚ ਕੋਈ ਦਖਲਅੰਦਾਜ਼ੀ ਕਰੇਗੀ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸੁਖਬੀਰ ਸਿੰਘ ਬਾਦਲ 'ਚ ਸਿੱਖੀ ਨਹੀਂ ਹੈ? ਸਿੱਖੀ ਹੋਵੇ ਤੇ ਫਿਰ ਸਿਧਾਂਤ ਦੀ ਗੱਲ ਨਾ ਕਰ। ਸਿੱਖੀ ਕੇਵਲ ਸਰੂਪ ਦਾ ਨਾਂ ਨਹੀਂ ਹੈ, ਸਿੱਖ ਹੈ, ਸਿੱਖ ਹੈ, ਸਿੱਖ ਸਰੂਪ ਹੈ, ਲੇਕਿਨ ਸਿੱਖੀ ਸਿਧਾਂਤ ਦੀ ਗੱਲ ਹੋਰ ਹੈ। ਅਕਾਲੀ ਦਲ ਬਾਦਲ 'ਚ ਤੁਹਾਨੂੰ ਲੱਗਦਾ ਦੀ ਹੋਰ ਗੱਲ, ਅਕਾਲੀ ਦਲ ਬਾਦਲ 'ਚ ਤੁਹਾਨੂੰ ਲੱਗਦਾ ਕੋਈ ਅਜਿਹਾ ਵਿਅਕਤੀ ਹੋਵੇ ਜਿਹੜਾ ਸਿੱਖ ਔਰ ਸਿੱਖੀ ਦੋਵੇਂ ਹੋਵੇ ਹੋਣ ਦੇ ਵਿੱਚ? ਨਹੀਂ, ਬਹੁਤ ਸਾਰੇ ਨੇ ਜੀ। ਇਹ ਕਿਉਂ ਆਪਾਂ ਕਹੀਏ ਕਿ ਕਿਸੇ 'ਚ ਨਹੀਂ ਹੈਗੀ? ਸਿੱਖੀ ਵੀ ਹੈ, ਸਿਧਾਂਤ ਵੀ ਚੱਲਦੇ ਆ। ਕਿੰਨਾ 'ਚ ਨਹੀਂ ਹੈਗੀ? ਨਹੀਂ, ਚਲੋ ਮੈਂ ਹੁਣ ਇਹ ਵਿਸ਼ਲੇਸ਼ਣ ਥੋੜਾ ਕਰ ਸਕਦੀ ਹਾਂ ਵੀ ਕਿਹ 'ਚ ਨਹੀਂ ਹੈਗੀ। ਤੁਸੀਂ ਸੁਖਬੀਰ ਬਾਦਲ ਦਾ ਨਾਮ ਲੈਦਾ, ਤੁਸੀਂ ਕਹਿੰਦੇ ਨਹੀਂ। ਸੁਖਬੀਰ ਸਿੰਘ ਬਾਦਲ ਮੈਂ ਤਾਂ ਕਹਿੰਨੀ ਹੈ ਵੀ ਕਿਤੇ ਸਿਧਾਂਤ ਦੀ ਗੱਲ ਕਰ ਲਓ, ਕਿਤੇ ਗੁਰਮਤ ਦੀ ਗੱਲ ਕਰ ਲਓ, ਕਿਸੇ ਪਾਸੇ ਜਦੋਂ ਰਹਿਤ ਮਰਿਆਦਾ ਦੀ ਗੱਲ ਕਰ ਲਓ, ਫਿਰ ਉਹਨਾਂ ਦੇ ਉਹਦੇ ਉੱਤੇ ਬਹੁਤੀ ਪਰਵਾਹ ਹੀ ਨਹੀਂ ਕਰਦੇ। ਪਰ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਦੀ ਗੱਲ ਕਰਦੇ ਸੀ ਜੀ, ਉਹ ਕਿਉਂ ਬਚਾਉਣ ਲਈ ਕਹਿੰਦੇ ਕਿ ਸਿੱਖ ਸੋਚ ਸਾਡੇ ਨਾਲ ਟੁੱਟੀ ਜਾਂਦੀ ਹੈ ਕਿ ਦਖਲਅੰਦਾਜ਼ੀ ਕਿਉਂ ਕਰਦੇ ਹੋ, ਪੋਲੀਟੀਕਲ ਪਾਵਰ ਕਿਉਂ ਤੇ ਹਾਵੀ ਕਰਦੇ ਹੋ। ਸਿੱਖ ਸੋਚ ਤੇ ਇਹ ਕਹਿੰਦੀ ਹੈ ਨਾ ਕਿ ਧਰਮ ਪ੍ਰਮੁੱਖ ਰਹੇ ਤੇ ਜਿਹੜੀ ਪੋਲੀਟੀਕਲ ਸੋਚ ਹੈ ਉਹ ਅੰਡਰ ਉਹਦੇ। ਦਖਲਅੰਦਾਜ਼ੀਆਂ ਹੁੰਦੀਆਂ ਕਿਹੋ ਜੀਆਂ ਨੇ? ਕੀ ਦਖਲਅੰਦਾਜ਼ੀ ਜਿਸ ਤਰ੍ਹਾਂ ਕਿਸੇ ਮਤਲਬ ਕਹਿ ਦੋ ਪ੍ਰਬੰਧ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਹੁੰਦੀ ਹੈ ਜੀ। ਆਪ ਸੁਖਬੀਰ ਬਾਦਲ ਆਪ ਕਰਦੇ ਨੇ ਦਖਲਅੰਦਾਜ਼ੀ? ਮੇਰੇ ਹੁੰਦੇ ਤੇ ਜ਼ੋਰ ਨਹੀਂ ਚੱਲਦਾ, ਤਾਂ ਅਕਸਰ ਕਰਦੇ ਹੀ ਤੇ ਸਾਰਾ ਕੁਝ ਹੋਇਆ। ਤੁਹਾਡੇ ਵੇਲੇ ਕੀ ਕਰਦੇ ਸੀਗੇ? ਨਹੀਂ, ਮੈਨੂੰ ਕਹਿੰਦੇ ਹੀ ਨਹੀਂ ਸੀ ਕੁਝ। ਉਹਨਾਂ ਦੀ ਪਰੇਸ਼ਾਨੀ ਸੀ ਇਹ ਕਿ ਜੇ ਮੰਨ ਲਓ ਕਿ 550 ਸਾਲਾਂ ਮਨਾਇਆ, ਉਹਨਾਂ ਨੇ ਮੂਲ ਮੰਤਰ ਲਾਉਣ ਦੀ ਗੱਲ ਕੀਤੀ, ਤੁਸੀਂ ਜ਼ਿਕਰ ਕੀਤਾ ਪਹਿਲਾਂ ਵੀ ਜੀ, ਉਹ ਮੈਂ ਨਹੀਂ ਲੱਗਣ ਦਿੱਤਾ। ਇਹਦਾ ਮਤਲਬ ਕਿ ਉਹ ਚਾਹੁੰਦੇ ਸੀ, ਮੈਂ ਨਹੀਂ ਮੰਨੀ। ਜੇ ਕਿਤੇ ਗੁਰਦੁਆਰਿਆਂ ਦੇ ਵਿੱਚ ਕੋਈ ਬਿਲਡਿੰਗ ਬਣ ਰਹੀ ਹੈ ਜਾਂ ਕੋਈ ਨਵੀਂ ਚੀਜ਼ ਬਣ ਰਹੀ ਹੈ, ਇਹਨੂੰ ਢਾਹ ਦਿਓ, ਇਹਨੂੰ ਬਣਾ ਦਿਓ, ਨਹੀਂ ਮੰਨਦੀ। ਕੋਈ ਹੋਰ ਤੁਹਾਨੂੰ ਲੱਗਦਾ ਹੋਰ ਕਿਸੇ ਨੇ? ਜਿਸ ਤਰ੍ਹਾਂ ਉੱਥੇ 10 ਕਰੋੜ ਰੁਪਏ ਦਾ ਜਦੋਂ ਟੈਂਟ ਲਾਇਆ, ਸਾਰਿਆਂ ਨੇ ਕਿਹਾ ਕਿ ਐਡਾ ਮਹਿੰਗਾ ਟੈਂਟ ਨਹੀਂ ਲੱਗਣਾ ਚਾਹੀਦਾ 550 ਸਾਲਾਂ ਤੇ। ਹੁਣ ਉਹ 10 ਕਰੋੜ ਦਾ ਟੈਂਟ ਦੀ ਲੋੜ ਨਹੀਂ ਸੀ, ਪਰ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਚਾਹੁੰਦੀ
ਕਿ ਪੰਥ ਦਾ ਇੰਨਾ ਪੈਸਾ ਜਿਹੜਾ ਉੱਥੇ ਬਰਬਾਦ ਹੋਵੇ। ਜੇ ਉਹੀ ਚੀਜ਼ ਜਿਹੜੀ ਸੀ 20 ਲੱਖ 30 ਲੱਖ ਸਰ ਸਕਦੀ ਸੀ। ਕੌਮ ਦਾ ਪੈਸਾ ਸਰਮਾਇਆ ਜਿਹੜਾ ਉਹ ਵੇਸਟ ਕਿਉਂ ਜਾਵੇ? ਤੇ ਦਿੱਲੀ ਦੀ ਕੰਪਨੀ ਕੋਲੋਂ ਲਿਆ ਕੇ ਲਵਾਇਆ, ਉਹ ਸਾਨੂੰ ਚੁਭਦਾ ਸੀ। ਮੈਂਬਰ ਵੀ ਕਹਿੰਦੇ ਸੀ, ਅਸੀਂ ਵੀ ਕਹਿੰਦੇ ਸੀ, ਫਿਰ ਵੀ ਅਸੀਂ ਘਟਾ ਕੇ ਮੈਂਬਰਾਂ ਨੂੰ ਮੈਂ ਕਿ ਕਿਸੇ ਤਰੀਕੇ ਨਾਲ ਜ਼ੋਰ ਨਾ ਘਟਾਓ, 10 ਕਰੋੜ ਤੋਂ 7 ਕਰੋੜ ਤੇ ਲਿਆਂਦਾ। ਲੱਗਦਾ ਕਿ ਘਪਲੇਬਾਜ਼ੀ ਹੋਈ ਹੈ ਇਸ ਚੀਜ਼ 'ਚ? ਨੈਚੁਰਲੀ ਤਕਲੀਫ ਇਹਨਾਂ ਗੱਲਾਂ ਹੀ ਲੱਗਦੀ ਸਾਨੂੰ। ਫਿਰ ਉਹ ਜਦੋਂ ਨਹੀਂ ਮੰਨਦੇ, ਜੇ ਸਾਡੇ ਵਰਗੇ ਉਸ ਵੇਲੇ ਕਿੰਤੂ ਪਰੰਤੂ ਕਰਦੇ, ਫਿਰ ਅਸੀਂ ਬੁਰੇ। ਤਾਂ ਕੀ ਲੋਕਾਂ ਦੀ ਪਰਸੈਪਸ਼ਨ ਬਣੀ ਹੋਈ ਹੈ ਕਿ ਬਾਦਲ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟ ਕੇ ਖਾ ਗਏ, ਤਾਂ ਕੀ ਇਹ ਸਹੀ ਸਾਬਤ ਹੁੰਦੀ ਹੈ ਕਿ ਇਹ ਇਸ ਚੀਜ਼ ਦੇ ਉੱਤੇ ਢੁਕਦੀ ਹੈ? ਦੇਖੋ, ਗੋਲਕ ਉਦਾਂ ਤੇ ਨਹੀਂ ਅਸੀਂ ਕਹਿੰਦੇ ਵੀ ਗੋਲਕ ਚੁੱਕ ਕੇ ਲੈ ਜਾਂਦੇ ਹੋਣਗੇ ਜਾਂ ਉਹ ਬਿਲਕੁਲ ਇੱਕ ਸਿੰਬੋਲਿਕ ਤੌਰ ਦੇ ਉੱਤੇ ਵਰਤਦੇ ਆ। ਸਿੰਬੋਲਿਕ ਇਹ ਹੀ ਹੈ ਕਿ ਕੋਈ ਕੰਮ ਕਿਸੇ ਨੂੰ ਦੇਤਾ, ਇਹਨੂੰ ਕੋਈ ਠੇਕੇਦਾਰ ਨੂੰ ਕੰਮ ਦਿੱਤਾ, ਉਹ ਆਪਣੀ ਮਰਜ਼ੀ ਦਾ ਉਹ ਮਹਿੰਗਾ ਲੈਣ, ਉਹ ਸਸਤਾ ਲੈਣ। ਉਸ ਵੇਲੇ ਫਿਰ ਲੋਕਾਂ ਨੂੰ ਲੱਗਦਾ ਕਿ ਕੀ ਲੋੜ ਹੈ, ਇੱਥੇ ਮਹਿੰਗੇ ਕੰਮ ਦੀ ਲੋੜ ਨਹੀਂ ਹੈ। ਜੇ ਹੁਣ ਜਿਸ ਤਰ੍ਹਾਂ ਉਹਨਾਂ ਨੇ ਸੀਏ ਰੱਖਿਆ ਸੀਗਾ, ਸੀਏ ਦੀ ਉੱਥੇ ਇੰਨੇ ਮਹਿੰਗੇ ਦੀ ਲੋੜ ਨਹੀਂ ਸੀ। ਉਹ ਸੀਏ ਨੇ ਕੰਮ ਹੀ ਨਹੀਂ ਕੀਤਾ, 10 ਕਰੋੜ ਰੁਪਈਆ ਉਹਦੇ ਵੱਲ ਨਿਕਲਿਆ ਜਦੋਂ ਆਡਿਟ ਕੀਤਾ ਗਿਆ, ਉਹਦੀ ਕਮੇਟੀ ਨੇ ਆਡਿਟ ਕੀਤਾ ਜੀ। ਹੁਣ 10 ਕਰੋੜ ਰੁਪਈਆ ਜਿਹੜਾ ਉਹਦੇ ਵੱਲ ਨਿਕਲਦਾ ਸੀ, 7 ਸੀ ਕਿ ਸ਼ਾਇਦ 10 ਸੀ, 7 ਕਰੋੜ ਸੀ ਸ਼ਾਇਦ, ਉਹ ਪੈਸਾ ਉਹਨੇ ਮਤਲਬ ਗਲਤ ਲਿਆ ਸੀ ਉੱਥੋਂ। ਉਹ ਵਾਪਸ ਕਰਾਉਣ ਵਾਸਤੇ ਉਹ ਸੀਏ ਤੇ ਕੱਢਤਾ। ਫਿਰ ਵਾਪਸ ਕਰਾਉਣ ਵਾਸਤੇ ਜਦੋਂ ਕਦੇ ਅਸੀਂ ਬਿਆਨ ਦੇ ਦਿੰਦੇ ਸੀਗੇ, ਮੈਂ ਹੀ ਬਿਆਨ ਦਿੰਦੀ ਸੀਗੀ ਵੀ 7 ਕਰੋੜ ਕੋ ਵਾਪਸ ਲਿਆ ਜਾਏਗਾ, ਜੇ ਨਹੀਂ ਦੇਗਾ ਤੇ ਕੋਰਟ ਵਿੱਚ ਜਾਵਾਂਗੇ, ਅਸੀਂ ਕੋਰਟ ਲਵਾਂਗੇ। ਉਦੋਂ ਫੋਨ ਕਰ ਦਿੰਦੇ ਸੀ, ਤੁਸੀਂ ਨਾ ਕਿਉਂ ਲੈਂਦੇ ਹੋ, ਤੁਸੀਂ ਕਿਉਂ ਕਹਿੰਦੇ ਬਾਰ-ਬਾਰ ਉਹ ਸੀਏ ਦਾ ਨਾ ਕਿਉਂ ਲੈਂਦੇ ਹੋ? ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ। ਬੀਬੀ, ਤੁਹਾਨੂੰ ਲੱਗਦਾ ਕਿ ਐਸਜੀਪੀਸੀ ਘਾਟੇ ਦੇ ਵਿੱਚ ਵਾਕਈ ਹੈਗੀ ਹੈ? ਜਿਵੇਂ ਹਮੇਸ਼ਾ ਜਦੋਂ ਬਜਟ ਵੀ ਐਲਾਨਿਆ ਜਾਂਦਾ ਹੈ, ਜਦੋਂ ਚਰਚਾ ਆਉਂਦੀਆਂ ਨੇ, ਕਹਿੰਦੇ ਕਿ ਐਸਜੀਪੀਸੀ ਤਾਂ ਘਾਟੇ ਦੇ ਵਿੱਚ ਹੈ। ਲੋਕੀ ਕਹਿੰਦੇ ਜਦੋਂ ਇੰਨਾ ਚੜਾਵਾ ਚੜਦਾ, ਇੰਨਾ ਦਾਨ ਚੜਦਾ ਹੈ, ਤਾਂ ਕੀ ਲੱਗਦਾ ਕਿ ਐਸਜੀਪੀਸੀ ਘਾਟੇ 'ਚ ਜਾ ਸਕਦੀ ਹੈ? ਐਕਚੁਅਲੀ ਲੋਕਾਂ ਨੂੰ ਕਈ ਗੱਲਾਂ ਦਾ ਨਹੀਂ ਗਿਆਨ। ਦੇਖੋ, ਉਹਨਾਂ ਨੂੰ ਇਹ ਨਹੀਂ ਪਤਾ ਨਾ, ਕੁਦਰਤੀ ਆਫਤ ਆ ਜਾਂਦੀ ਜਦੋਂ, ਇੱਕਦਮ ਕਰੋਨਾ ਦਾ ਬਜਟ ਲੱਗ ਜਾਂਦਾ ਜੀ। ਸਕੂਲ ਘਾਟੇ 'ਚ ਗਏ ਕਰੋਨਾ ਦੇ ਸਮੇਂ 'ਚ, ਕਾਲਜ ਘਾਟੇ 'ਚ ਗਏ ਕਰੋਨਾ ਦੇ ਸਮੇਂ 'ਚ। ਹੁਣ ਉਹ ਜਿਹੜਾ 60-70 ਕਰੋੜ ਦਾ ਘਾਟਾ ਉੱਥੇ ਪਿਆ, ਉਹ ਸਾਰਾ ਕਿੱਥੋਂ ਦੇਣਾ ਪਿਆ? ਗੋਲਕਾਂ 'ਚੋਂ। ਗੋਲਕ ਜਿਹੜੀ ਮਾਇਆ, ਕੇਵਲ ਗੋਲਕ ਦੀ ਮਾਇਆ ਹੀ ਸਾਡੀ ਆਮਦਨ ਹੈ। ਜਾਂ ਸਾਡੇ ਕੋਈ ਕਿਰਾਏ ਤੇ ਬਿਲਡਿੰਗਾਂ ਹੋਣਗੀਆਂ, ਦੁਕਾਨਾਂ ਹੋਣਗੀਆਂ, ਜਾਂ ਸਾਡੀ ਜਿਹੜੀ ਜ਼ਮੀਨ ਜਾਇਦਾਦ ਹੈ ਉਹਦੀ ਠੇਕੇ ਦੀ ਆਮਦਨ ਹੋਏਗੀ, ਜਾਂ ਵਾਹ ਕੇ ਆਂਦੀ ਹੋਏਗੀ। ਬਸ ਇਹ 2-3 ਜਿਹੜੀਆਂ ਚੀਜ਼ਾਂ ਨੇ ਉਹਦੀ ਆਮਦਨ ਹੈ। ਖਰਚਾ ਜਿਹੜਾ ਬੇਤਹਾਸ਼ਾ ਹੁੰਦਾ ਹੈ, ਅਕਸਰ ਲੰਗਰਾਂ ਦੇ ਖਰਚ ਵੀ ਹੋਣੇ ਹੈ, 17-18 ਹਜ਼ਾਰ ਮੁਲਾਜ਼ਮ ਦੀ ਤਨਖਾਹ ਵੀ ਜਾਣੀ ਹੈ, ਤਨਖਾਹ ਦਾ ਬਜਟ ਬੜਾ ਵੱਡਾ ਹੈ। ਸੋ 60% ਤੇ ਬਜਟ ਜਿਹੜਾ ਉਹ ਤਨਖਾਹਾਂ 'ਚ ਚਲਾ ਜਾਂਦਾ ਹੈ। ਹੁਣ ਜਿਹੜਾ ਵੱਖ-ਵੱਖ ਸਾਡੇ ਸੈਕਟਰ ਨੇ, ਵੱਖ-ਵੱਖ ਸਾਡੇ ਜਿਸ ਤਰ੍ਹਾਂ ਹੈਗੇ, ਜਿੱਦਾਂ ਧਰਮ ਪ੍ਰਚਾਰ ਖੇਤਰ ਵੱਖਰਾ, ਐਜੂਕੇਸ਼ਨ ਦਾ ਵੱਖਰਾ, ਟਰਸਟਾਂ ਦਾ ਵੱਖਰਾ, ਉਹ ਜਿਹੜੇ ਵੱਖਰੇ ਵੱਖਰੇ ਫੰਡ ਹੁੰਦੇ ਹੈ, ਉਹਨਾਂ 'ਚ ਕਿਤੇ ਘੱਟ ਹੁੰਦਾ ਸ਼ੇਅਰ, ਕਿਤੇ ਵੱਧ ਹੁੰਦਾ ਸ਼ੇਅਰ, ਕਿਤੇ ਗੁਰਦੁਆਰੇ 'ਚ ਜਿਹੜਾ ਅਸੀਂ ਬਣਦਾ ਹੁੰਦਾ ਸਾਡਾ 35% ਇਹ ਤਾਂ ਪੂਰਾ ਨਹੀਂ ਆਂਦਾ। ਅਸੀਂ ਜਦੋਂ ਅਨੁਮਾਨ ਖਰਚ ਆਮਦਨ ਲਾਣੇ ਆ, ਉਦੋਂ ਗੋਲਕਾਂ ਤੇ ਰੱਖਦੇ ਆ ਵੀ ਇੰਨੀ ਗੋਲਕ 10% ਵਧੇਗੀ, 15% ਵਧੇਗੀ, ਕਿਤੇ ਵੱਧ ਸਕਦੀ ਹੈ, ਕਿਤੇ ਘਟ ਵੀ ਸਕਦੀ। ਮੇਨ ਤੇ ਜਿਹੜਾ ਬਜਟ ਜਿਹੜਾ ਬਣਾਉਣਾ ਹੁੰਦਾ ਹੈ, ਉਹ ਬਜਟ ਇੱਕ ਅਨੁਮਾਨਿਤ ਬਜਟ ਹੁੰਦਾ। ਕਿੰਨਾ ਹੁੰਦਾ ਅਨੁਮਾਨਿਤ? ਕਿੰਨਾ ਕੋਨੂੰ? ਪਿਛਲੀ ਵਾਰੀ ਸੀਗਾ ਜੀ ਜਦੋਂ ਮੈਂ ਸੀ, ਉਹ 900 ਕਰੋੜ ਦਾ ਸੀਗਾ। ਠੀਕ ਹੈ। ਜਿਹ ਚ 200 ਕਰੋੜ ਦਾ ਸੀ ਐਜੂਕੇਸ਼ਨ ਦਾ, 700 ਕਰੋੜ ਦਾ ਸੀ ਦੂਸਰਾ। ਹੁਣ 700 ਲੋਕੀ ਤਾਂ ਇਹ ਕਹਿ ਦਿੰਦੇ ਜੀ ਲੁਧਿਆਣੇ ਨਾ ਸਰਕਾਰ ਨਾਲੋਂ ਵੱਡਾ ਬਜਟ ਹੈ। ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਬਜਟ ਕਿੰਨਾ। ਉਹ ਐਵੇਂ ਕਹਿ ਦੇਣਗੇ ਜੀ ਸਰਕਾਰ ਨਾਲੋਂ ਵੱਡਾ ਬਜਟ ਹੈ ਜੀ ਇਹਦਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸਾਡੇ ਗੁਰਦੁਆਰੇ ਹੈ 87 ਸੈਕਸ਼ਨ ਦੇ, ਉਹ ਚ ਹੁੰਦਾ 15% ਆਉਣਾ ਹੁੰਦਾ, ਉਹ 15% ਵੀ ਕਈ ਗੁਰਦੁਆਰੇ ਦੇ ਨਹੀਂ ਪਾਉਂਦੇ। ਇਸੇ ਤਰ੍ਹਾਂ A ਗ੍ਰੇਡ, B ਗ੍ਰੇਡ, C ਗ੍ਰੇਡ ਦੇ ਹੈ। ਬੀਬੀ, ਮੇਰਾ ਸਵਾਲ ਇਹ ਪੁੱਛਣ ਦਾ ਸਾਰਾ ਤਾਂ ਸੀਗਾ ਕਿਉਂਕਿ ਲੋਕੀ ਇਹ ਕਹਿੰਦੇ ਨੇ ਨਾ ਕਿ ਕਬਜ਼ਾ ਬਾਦਲਾਂ ਦਾ ਐਸਜੀਪੀਸੀ ਦੇ ਉੱਤੇ ਇਸ ਕਰਕੇ ਹੈ ਕਿਉਂਕਿ ਉਹ ਸਿੱਧੇ ਤੌਰ ਦੇ ਉੱਤੇ ਇਸ ਮਾਇਆ ਦਾ ਇਸਤੇਮਾਲ ਕਰਦੇ ਨੇ। ਤਾਂ ਕੀ ਇਹ ਵਾਕਈ ਸੱਚ ਹੈ ਜਾਂ ਨਹੀਂ? ਸਿੱਧੇ ਤੌਰ ਤੇ ਮਾਇਆ ਦਾ ਇਸਤੇਮਾਲ ਤਾਂ ਨਹੀਂ ਕਰਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਪਰ ਗੱਲ ਇਹ ਹੈਗੀ ਹੈ ਕਿ ਲੋਕਾਂ ਦੀ ਜਿਹੜੀ ਪਰਸੈਪਸ਼ਨ ਬਣ ਗਈ ਨਾ ਉਹਨਾਂ ਦੇ ਖਿਲਾਫ, ਜਿਹੜੇ ਲੋਕਾਂ ਦੇ ਸੋਸ਼ਲ ਮੀਡੀਆ 'ਚ ਬਾਰ-ਬਾਰ ਕਹਿ ਕੇ ਉਹਨਾਂ ਦੇ ਮਨਾਂ 'ਚ ਬਹਿ ਗਈ ਹੈ ਸੰਗਤ ਦੇ। ਤੇ ਸੰਗਤ ਜਿਹੜੀ ਕਹਿੰਦੇ ਜਿੱਦਾਂ ਗੋਲਕ ਦੇ ਵਿੱਚ ਮਾਇਆ ਨਾ ਪਾਓ ਜੀ, ਇਹ ਜੀ ਫਜ਼ੂਲ ਜਾਂਦੀ ਹੈ ਜੀ। ਇੱਥੋਂ ਤੱਕ ਕਿ ਸੀਐਮ ਸਾਹਿਬ ਨੇ ਉਸ ਦਿਨ ਕਿਹਾ ਜਦੋਂ ਕਿ ਇੱਕ ਸਿੱਖ ਨੂੰ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਿੱਖ ਜਿਹੜਾ ਉਹਦੇ ਵਾਸਤੇ ਤਾਂ ਹਦਾਇਤ ਹੈ ਗੁਰੂ ਸਾਹਿਬ ਜੀ ਦੀ ਕਿ ਆਪਣੇ ਦਸਵੰਧ ਕੱਢਣਾ। ਹੁਣ ਜਿਹੜੇ ਲੋਕ ਇੱਥੇ ਸ਼ਰਧਾ ਨਾਲ ਲੈ ਕੇ ਆਉਂਦੇ ਉਹਨੂੰ ਕੋਈ ਰੋਕ ਨਹੀਂ ਸਕਦਾ। ਸਿਰਫ ਇੱਕੋ ਹੀ ਹੈ ਕਿ ਜ਼ਿਆਦਾ ਪ੍ਰਚਾਰ ਕਰਨ ਦੇ ਨਾਲ ਲੋਕਾਂ ਦੇ ਮਨਾਂ 'ਚ ਗੱਲ ਬਿਠਾਤੀ ਕਿ ਸੱਚੀ ਮੁੱਚੀ ਖਰੇ ਗੋਲਕਾਂ ਦਾ ਪੈਸਾ ਜਿਹੜਾ ਬਾਦਲਾਂ ਕੋ ਜਾਂਦਾ।
ਇਹ ਮੈਂ ਇਹਨੂੰ ਦੇਖੋ, ਮੈਂ ਨਹੀਂ ਇਹਨੂੰ ਕਨਫਰਮ ਕਰਦੀ ਕਿਉਂਕਿ ਸਾਡੇ ਹੁੰਦੇ ਤੇ ਕਦੀ ਅਸੀਂ ਇਦਾਂ ਕਰ ਹੀ ਨਹੀਂ ਸਕਦੇ ਨਾ, ਜਾਂਦਾ ਹੀ ਹੈ ਉੱਥੇ ਪੂਰਾ ਆਡਿਟੇਬਲ ਹੈ, ਪੂਰਾ ਅਕਾਊਂਟੇਬਿਲਟੀ ਹੈ, ਸਭ ਕੁਝ ਹੈ, ਕੋਈ ਚੈੱਕ ਦੇ ਥਰੂ ਹੀ ਕੰਮਦਾਰ ਕੋਈ ਦੂਜਾ ਨਹੀਂ ਹੁੰਦਾ। ਇਹ ਮੈਂ ਮੰਨ ਸਕਦੀ ਹਾਂ ਜਿਸ ਕਿਤੇ ਕਿਸੇ ਨੂੰ ਟੈਂਡਰ ਦੇਣੇ ਹੋਣ ਤੇ ਉਹ ਕੋਈ ਵੱਧ ਘੱਟ ਟੈਂਡਰ ਵਾਲੇ ਕੋਈ ਲੈ ਜਾਣ, ਇਹ ਇਦਾਂ ਦੀਆਂ ਗੱਲਾਂ ਤੇ ਹੋ ਸਕਦੀਆਂ, ਵੈਸੇ ਪੈਸਾ ਪੂਸਾ ਤੇ ਨਹੀਂ। ਬੀਬੀ ਜੀ ਹੁਣ ਅੱਗੇ ਦਾ ਪਲਾਨ ਕੀ ਹੈ ਤੁਹਾਡਾ? ਕਿਵੇਂ ਕੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ, ਇਕੱਠੇ ਪਲੇਟਫਾਰਮ ਦੇ ਉੱਤੇ ਆਓਗੇ? ਕੀ ਰੂਪਰੇਖਾ ਰਹਿਣ ਵਾਲੀ ਹੈ, ਜਾਂ ਫਿਰ ਸਾਰਾ ਢਾਂਚਾ ਹੀ ਭੰਗ ਕਰਕੇ ਦੁਆਰਾ ਤੋਂ ਇਸ ਦਾ ਪੁਨਰ ਸੰਗਠਨ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਊਗਾ? ਦੇਖੋ ਜੀ, ਮੈਂ ਤੇ ਪਤਾ ਨਹੀਂ, ਅੱਜ ਤੇ ਉਹਨਾਂ ਨੇ ਇਹੋ ਹੀ ਸੀਗਾ ਕਿ ਮੀਟਿੰਗ ਕੀਤੀ ਹੈ ਤੇ ਅਸੀਂ ਥੋੜੇ ਸਮੇਂ 'ਚ ਫਿਰ ਮੀਟਿੰਗ ਕਰਾਂਗੇ, ਉਹ 'ਚ ਕੋਈ ਵਿਚਾਰ ਕਰਾਂਗੇ। ਤੇ ਮੈਂ ਤੇ ਇਹੀ ਸੋਚਦੀ ਹਾਂ ਕਿ ਰੀਫਾਰਮੇਸ਼ਨ ਹੋਵੇ, ਕਿਉਂਕਿ ਬਹੁਤ ਸਾਰੇ ਲੋਕ ਐਸੇ ਹੈ ਜਿਹੜੇ ਇਹਨਾਂ ਕੋਲ ਹੈ, ਚਲੋ ਬਣਿਆ ਢਾਂਚਾ ਨਾਲ ਬਣਾਇਆ, ਬਹੁਤ ਸਾਰਾ ਬਣਨ ਵਾਲਾ ਜੀ, ਤੇ ਉਹ 'ਚੋਂ ਕਈ ਵਾਰੀ ਇੱਧਰ ਉੱਧਰ ਵੀ ਕਰਨਾ ਪੈਂਦਾ, ਦੂਸਰੇ ਹੋਰ ਨੂੰ ਵੀ ਮੌਕਾ ਦੇਣਾ ਪੈਂਦਾ, ਕੁਝ ਕਰਨਾ ਪੈਂਦਾ। ਦੂਜਾ ਹੈਗਾ ਵੀ ਉਹ ਬੈਠ ਕੇ, ਪਰ ਜੇ ਇਹ ਕਰਨਗੇ ਤੇ ਮੈਂ ਤੇ ਅਜੇ ਕੁਝ ਨਹੀਂ ਕਹਿ ਸਕਦੀ, ਮੇਰਾ ਤੇ ਉਹਦੇ ਵਿੱਚ ਕੋਈ ਹੈ ਨਹੀਂ ਜੀ, ਮੈਂ ਸਿਰਫ ਇੱਕ ਸੱਦੇ ਤੇ ਆਈ ਹਾਂ ਵੀ ਤੁਸੀਂ ਉੱਥੇ ਆਓ। ਪਰ ਇਹ ਹੈ ਕਿ ਮੈਨੂੰ ਖੁਸ਼ੀ ਹੋਈ ਹੈ ਕਿ ਸਾਰੀ ਜਿਹੜੀ ਟੀਮ ਸੀ ਉਹਨਾਂ ਖੁਸ਼ੀ ਬੜੀ ਮਹਿਸੂਸ ਕੀਤੀ। ਉਹ ਕਹਿੰਦੇ ਅਸੀਂ ਜਦੋਂ ਚਾਰਜ ਹੋ ਗਏ ਹਾਂ ਵੀ ਸਾਨੂੰ ਬਲ ਮਿਲਿਆ ਤੁਹਾਡੇ ਆਉਣ ਨਾਲ। ਜਗਮੀਤ ਸਿੰਘ ਬਰਾੜ ਵੀ ਆਏ ਸੀ, ਡਾਕਟਰ ਰਤਨ ਸਿੰਘ ਜਨਾਲਾ ਵੀ ਆਏ ਸੀਗੇ। ਉਹ ਫਿਰ ਉਹ ਸੋਚਦੇ ਕਿ ਸਾਡੀ ਕੁਦਰਤੀ ਹੈ ਜੀ, ਜਦੋਂ ਕਿ 3-4 ਪਰਸਨੈਲਿਟੀਜ਼ ਨਵੀਆਂ ਆਉਣਗੀਆਂ, ਤਾਕਤ ਉਹਨਾਂ ਦੀ ਬਣੇਗੀ। ਬੀਬੀ ਜੀ ਕੋਲ ਕਿਹੜਾ ਅਹੁਦਾ ਹੋਊਗਾ ਜੇ ਨਵਾਂ ਰੀਫਾਰਮੇਸ਼ਨ ਹੁੰਦੀ ਹੈ? ਬੀਬੀ ਜੀ ਪ੍ਰਧਾਨ ਹੋਣਗੇ, ਉਪ ਪ੍ਰਧਾਨ ਹੋਣਗੇ? ਕਿਉਂਕਿ ਸਾਡੇ ਕੋਲ ਚਰਚਾਵਾਂ ਇਹ ਨੇ ਕਿ ਕਹਿੰਦੇ ਕਿ ਬੀਬੀ ਜੀ ਕਹਿੰਦੇ ਨੇ ਕਿ ਉਪ ਪ੍ਰਧਾਨ ਬਣਾਇਆ ਜਾਵੇ। ਮੈਂ ਤਾਂ ਨਹੀਂ ਕਿਹਾ ਜੀ, ਮੈਂ ਤਾਂ ਕਿਹਾ ਮੈਂ ਤਾਂ ਸੇਵਾ ਕਰਨੀ ਹੈ, ਜਿੱਥੇ ਬੁਲਾਓਗੇ ਉੱਥੇ ਆਓ, ਇਹ ਤਾਂ ਉਹਨਾਂ ਦੀ ਮਰਜ਼ੀ ਹੈ। ਤਾਂ ਸੇਵਾ ਇੱਕ ਨਵੀਂ ਪਾਰਟੀ ਦੇ ਵਿੱਚ ਰਹਿ ਕੇ ਕਰਨੀ ਹੈ ਜਾਂ ਆਜ਼ਾਦ ਤੌਰ ਦੇ ਉੱਤੇ ਵੀ, ਜਿਵੇਂ ਤੁਸੀਂ ਕਹਿੰਦੇ ਹੋ? ਮੈਂ ਤੇ ਆਈ ਆਜ਼ਾਦ ਹਾਂ ਜੀ, ਮੈਂ ਤਾਂ ਕਿਸੇ ਪਾਰਟੀ 'ਚ ਥੋੜਾ ਜਿਹਾ ਹੈਗੀ, ਮੈਂ ਤੇ ਆਜ਼ਾਦ 'ਚ, ਅਕਾਲੀ ਦਲ ਮੇਰਾ ਪਾਰਟੀ ਹੈ। ਬੀਬੀ ਹਲਕਾ ਮਹਿਸੂਸ ਕਰਦੇ ਪਏ ਹੋ ਆਪਣੇ ਆਪ ਨੂੰ? ਬਿਲਕੁਲ, ਬਹੁਤ ਰਾਹਤ ਹੈ ਮੈਨੂੰ, ਬਹੁਤ। ਅੱਗੇ ਕਈ ਗੱਲਾਂ ਸੁਣਦੇ ਸੀਗੀਆਂ, ਹੁਣ ਲੋਕੀ ਨਹੀਂ ਕਹਿੰਦੇ। ਅੱਗੇ ਕਈ ਜਵਾਬ ਦੇਣੇ ਪੈਂਦੇ ਸੀਗੇ, ਹੁਣ ਨਹੀਂ ਦੇਣੇ ਪੈਂਦੇ। ਕਿਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੋਈ ਹੈ ਕਿ ਪਾਰਟੀ ਤੋਂ ਵੱਖ ਹੋਏ ਹੋ ਜਾਂ ਪਾਰਟੀ ਚੋਂ ਬਾਹਰ ਕੱਢਿਆ ਗਿਆ? ਕਿਸ ਗੱਲ ਦੀ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਹੋਈ? ਮੈਨੂੰ ਖੁਸ਼ੀ ਵੀ ਨਹੀਂ ਹੋਈ, ਮੈਨੂੰ ਦੁੱਖ ਵੀ ਨਹੀਂ ਹੋਇਆ, ਮੈਂ ਬੈਲੈਂਸਡ ਹੈ। ਕੋਈ ਬੋਝ ਹਲਕਾ ਹੋਇਆ ਹੋਵੇ? ਬੋਝ ਹਲਕਾ ਇਹ ਹੋਇਆ ਕਿ ਜਿਹੜੀਆਂ ਗੱਲਾਂ ਦੋਸਤ ਹੈ ਕਿਸੇ ਦਾ ਸੀਗਾ ਤੇ ਜਵਾਬ ਸਾਨੂੰ ਦੇਣੇ ਪੈਂਦੇ ਸੀ। ਕੀ ਝੂਠ ਬੋਲਣਾ ਪੈਂਦਾ ਬੀਬੀ ਨੂੰ? ਚਲੋ ਕਈ ਇਸ ਤਰ੍ਹਾਂ ਦੀਆਂ ਗੱਲਾਂ ਸੀ, ਜਿਸ ਤਰ੍ਹਾਂ ਹੁਣ ਪਾਰਟੀ ਦੇ ਵਿੱਚ ਸਾਨੂੰ ਪਤਾ ਹੀ ਲੋਕ ਇਹਨਾਂ ਤੋਂ ਨਾਰਾਜ਼ ਹੈ ਇਸ ਗੱਲ ਤੋਂ, ਅਸੀਂ ਉਹਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਤੇ ਉਹਨਾਂ ਨੂੰ ਪਤਾ ਸੀ ਸੱਚ ਕੀ ਹੈ। ਲੋਕ ਸਾਡੀ ਗੱਲ ਨੂੰ ਸੋਚਦੇ ਸੀ ਇਹ ਬਣਾ ਕੇ ਦੱਸ ਰਹੇ ਆ, ਮਤਲਬ ਇਹ ਝੂਠ ਬੋਲ ਰਹੇ ਆ। ਉਹ ਗੱਲਾਂ ਜਿਹੜੀਆਂ ਸੀ ਬੋਝ ਤੇ ਹੁੰਦਾ ਇਸੇ ਮਨ ਦੇ ਉੱਤੇ। ਜੇ ਹੁਣ ਮੰਨ ਲਓ ਕਿ ਮੈਨੂੰ ਪਤਾ ਨਹੀਂ ਰਾਮ ਰਹੀਮ ਨੂੰ ਇਹਨਾਂ ਨੇ ਮਾਫ ਕਰਾਇਆ, ਮੈਨੂੰ ਨਹੀਂ ਪਤਾ ਕਿੱਦਾਂ ਕਰਾਇਆ ਤੇ ਕੌਣ ਸੀ ਵਿੱਚ ਸ਼ਾਮਲ, ਪਰ ਮੈਂ ਕਹੀ ਜਾਣਾ ਕਿ ਦੇਖੋ ਜੀ ਪੰਜ ਸਿੰਘ ਸਾਹਿਬਾਨਾਂ ਨੇ ਮਾਫ ਕਰ ਦਿੱਤਾ ਤੇ ਅਸੀਂ ਵੀ ਮੰਨ ਗਏ, ਅਕਾਲ ਤਖਤ ਤੋਂ ਹੁਕਮ ਆ ਗਿਆ ਤੇ ਅਸੀਂ ਮੰਨ ਗਏ। ਸੋ ਮੇਰਾ ਕਹਿਣ ਤੋਂ ਪਤਾ ਸਾਨੂੰ ਸੀ ਵੀ ਇਹ ਗਲਤ ਹੋਇਆ, ਪਰ ਅਸੀਂ ਜਥੇਦਾਰ ਅਕਾਲ ਤਖਤ ਤੇ ਸੁੱਟ ਦੇਈਦੀ ਸੀ। ਮਹਿਸੂਸ ਇਦਾਂ ਹੁੰਦਾ ਤੇ ਆਇਆ ਸੀ ਨਾ ਵੀ ਅਸੀਂ ਉਸ ਵੇਲੇ ਦੇਖੋ ਕਿੰਨੇ ਮਤਲਬ ਮਜਬੂਰ ਸੀ ਵੀ ਅਸੀਂ ਉਸ ਵੇਲੇ ਜ਼ੋਰ ਦੇ ਕੇ ਕਹਿ ਨਹੀਂ ਸਕੇ ਵੀ ਇਹ ਗੱਲਾਂ ਦਾ ਤਾਂ ਮਹਿਸੂਸ ਹੁੰਦਾ ਸੀ। ਪਰ ਇਹ ਹੈ ਕਿ ਦੁੱਖ ਮੈਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਕੋਈ ਸੱਚ ਦੀ ਗੱਲ ਕਰਨਾ ਚਾਹਵੇ, ਸਿਧਾਂਤ ਤੇ ਖਲੋਣਾ ਚਾਹਵੇ, ਅਸੂਲ ਦੀ ਗੱਲ ਕਰਨਾ ਚਾਹਵੇ ਔਰ ਨਿਸ਼ਕਾਮ ਹੋ ਕੇ ਸੇਵਾ ਕਰੇ, ਜੇ ਪਾਰਟੀ ਉਹਨੂੰ ਬਿਨਾਂ ਵਜ੍ਹਾ ਤੋਂ ਧੱਕੇ ਦੇ ਕੇ ਪਾਰਟੀ 'ਚੋਂ ਬਾਹਰ ਕੱਢੇ, ਉਹ ਦੁੱਖ ਤੇ ਲੱਗਦਾ ਹੀ ਹੈ ਜੀ। 20 ਸਾਲ ਜਿਸ ਪਾਰਟੀ 'ਚ ਲਾਏ ਹੁਣ, ਪਰੇਸ਼ਾਨੀ ਤਾਂ ਹੁੰਦੀ। ਤੇ ਪਾਰਟੀ ਅਸੀਂ ਛੱਡ ਨਹੀਂ ਸਕਦੇ, ਪਾਰਟੀ 'ਚੋਂ ਬਾਹਰ ਨਹੀਂ ਜਾ ਸਕਦੇ, ਪਰ ਪਾਰਟੀ ਦੇ ਲੀਡਰ ਦਾ ਜੇ ਵਿਸ਼ਵਾਸ ਹੀ ਨਹੀਂ ਜਿੱਤ ਸਕੇ 30 ਸਾਲ 'ਚ, ਫਿਰ ਫਾਇਦਾ ਵੀ ਕੀ ਹੈ? ਤੁਸੀਂ ਉਦੋਂ ਵੀ ਜ਼ਿਕਰ ਮੇਰੀ ਇੰਟਰਵਿਊ 'ਚ ਕਿਹਾ ਸੀ, ਕਹਿੰਦੇ ਕਿ ਕਿਤਾਬ ਪੜ੍ਹੀ ਸੀ ਸੱਚ ਨੂੰ ਫਾਂਸੀ। ਬਸ ਨਹੀਂ, ਪਾਰਟੀ ਦਾ ਦੇਖੋ, ਜੇ ਪਾਰਟੀ ਦੇ ਮੈਂ ਤਾਂ ਇੱਕੋ ਹੀ ਗੱਲ ਕਹੀ, ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਤੇ ਫਿਰ ਮੇਰਾ ਇੱਥੇ ਕੀ ਫਾਇਦਾ? ਸੱਚਾਈ ਤੇ ਹੈ ਹੀ ਹੈ ਜੀ। ਜੇ ਘਰ 'ਚ ਆਪਾਂ ਬੈਠੇ ਆ ਤੇ ਘਰ ਵਾਲੇ ਨੂੰ, ਮੁਖੀ ਨੂੰ ਨਹੀਂ ਸਾਡਾ ਵਿਸ਼ਵਾਸ, ਤੇ ਫਿਰ ਕੀ ਫਾਇਦਾ ਉੱਥੇ ਕੰਮ ਕਰਨ ਦਾ? ਦਿਲ ਕਰਦਾ ਕਿ ਕਦੀ ਸੰਗਤ ਨੂੰ ਹੱਥ ਜੋੜ ਕੇ ਮਾਫੀ ਮੰਗ ਲਿੱਤੀ ਜਾਵੇ ਕਿ ਜੋ ਉਹਨਾਂ ਦੀ ਟੈਨਿਓਰ। ਮੈਂ ਹੁਣ ਵੀ ਮਾਫੀ ਮੰਗਦੀ ਹਾਂ ਜੀ, ਮੈਂ ਸਾਰੀ ਸੰਗਤ ਕੋਲ ਮਾਫੀ ਮੰਗਦੀ ਹਾਂ ਕਿ ਜੇ ਹੋਈਆਂ ਗਲਤੀਆਂ ਵਿੱਚ ਕਿਤੇ ਸਾਡੀ ਸ਼ਮੂਲੀਅਤ ਹੋਵੇ ਤੇ ਮੈਂ ਸਮਝਦੀ ਹਾਂ ਮੈਂ ਮਾਫੀ ਮੰਗਦੀ ਵੀ ਜੇ ਸਾਡੇ ਕਿਸੇ ਕੰਮ ਦੇ ਨਾਲ ਸੰਗਤ ਦੇ ਹਿਰਦੇ ਨੂੰ ਪੀੜਾ ਹੋਈ ਹੋਵੇ, ਸੰਗਤ ਦੇ ਮਨ ਨੂੰ ਚੋਟ ਵੱਜੀ ਹੋਵੇ, ਤੇ ਮੈਂ ਤੇ ਹੱਥ ਜੋੜ ਕੇ ਸਾਰੀ ਸੰਗਤ ਤੋਂ ਮਾਫੀ ਮੰਗਦੀ। ਅਜੇ ਵੀ ਕੋਈ ਗੱਲ ਹੈ ਬੀਬੀ ਦਿਲ ਦੇ ਵਿੱਚ ਜਿਹੜੀ ਕਦੀ ਤੁਸੀਂ ਨਹੀਂ ਕੈਮਰੇ ਸਾਹਮਣੇ ਕਹੀ ਹੋਵੇ
ਪਰ ਅੱਜ ਦੱਸਣਾ ਕੋਈ ਚਾਹੁੰਦੇ ਗੱਲ- ਹੋ ਕਿ ਕੋਈ ਐਸੀ ਗੱਲਾਂ ਆਹ ਹੈ ਵੀ ਝੂਠ ਨਹੀਂ। ਸੀਗਾ, ਆ ਰਹਿ ਗਿਆ, ਕੋਈ ਚੀਜ਼ ਅਜੇ ਵੀ ਬਾਰ-ਬਾਰ ਮਨ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਚੀਜ਼ ਪਾਉਂਦੀ ਹੋਵੇ? ਮੈਂ ਤੁਹਾਨੂੰ ਸੱਚੀ ਦੱਸਾਂ ਜੀ, ਮੈਂ ਸਿਰਫ ਮੀਟਿੰਗਾਂ 'ਚ ਬਹਿ ਕੇ ਹੀ ਜਿਹੜਾ ਕੋਈ ਕੰਮ ਕੀਤੇ ਆ। ਮੈਂ ਪਾਲਿਸੀ ਮੇਕਰ ਨਹੀਂ ਸੀ ਇਹਨਾਂ ਦੀ। ਜਿੱਦਾਂ ਅੰਦਰ ਹੁੰਦੇ ਨਾ ਕਿਚਨ ਕੈਬਨਿਟ ਇੱਕ ਬਣੀ ਹੁੰਦੀ, ਉਹਦੇ 'ਚ ਮੈਂ ਨਹੀਂ ਕਦੀ ਗਈ। ਨਾ ਮੈਂ ਕਿਸੇ ਇਹਨਾਂ ਦੇ ਬਿਲਕੁਲ ਘਰ 'ਚ ਮੈਂ ਇਦਾਂ ਨਹੀਂ ਖੁੱਬੀ। ਠੀਕ ਹੈ, ਮੈਂ ਸਿੰਸੀਅਰ ਬਹੁਤ ਹੈ, ਮੈਂ ਓਬੀਡੀਐਂਟ ਸੀ, ਸਿੰਸੀਅਰ ਸੀ, ਜਿੱਥੇ ਕੰਮ ਲਾਉਂਦੇ ਸੀ, ਜਿੱਥੇ ਡਿਊਟੀ ਲਾਉਂਦੇ ਸੀ ਮੈਂ ਕਰਦੀ ਸੀ। ਪਰ ਕਈ ਵਾਰੀ ਇਦਾਂ ਹੁੰਦੀ ਹੈ ਕਿ ਜਿੱਦਾਂ ਕੁਝ ਲੋਕ ਹੁੰਦੇ ਆ ਵੀ ਵਿੱਚ ਜਿਹੜੀ ਪਲਾਨ ਬਣਾਉਣੀ ਹੁੰਦੀ ਹੈ ਤੇ ਉਹਦੇ 'ਚ ਸ਼ਾਮਲ ਹੁੰਦੇ, ਮੈਂ ਮੇਰੇ ਖਿਆਲ ਉਹਦੇ 'ਚ ਮੈਂ ਕਦੀ ਨਹੀਂ ਗਈ। ਬੀਬੀ, ਕਿਵੇਂ ਹੁਣ ਤੁਹਾਨੂੰ ਨਜ਼ਰ ਕੀ ਆ ਰਹੀ ਹੈ ਤਸਵੀਰ ਐਸਜੀਪੀਸੀ ਚੋਣਾਂ ਨੂੰ ਲੈ ਕੇ? ਕਿਉਂਕਿ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ, ਚਰਚਾਵਾਂ ਹੁੰਦੀਆਂ ਨੇ ਕਿ ਹੋਣੀ ਚਾਹੀਦੀਆਂ ਨੇ, ਜਲਦ ਕਰਵਾ ਦਿੱਤੀਆਂ ਜਾਣੀਆਂ ਜਿਸ ਚਾਹੀਦੀਆਂ ਤਰ੍ਹਾਂ ਨੇ। ਦੇ ਹਾਲਾਤ ਬਣ ਗਏ ਆ ਨਾ ਜੀ ਗਗਨ ਜੀ, ਇਹ ਚੋਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜਾ ਇਹਨਾਂ ਨੇ ਆ ਪਿਛਲੇ 2 ਮਹੀਨੇ ਪਹਿਲਾਂ ਨਵੰਬਰ ਦੇ ਵਿੱਚ ਜਿਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਹੈ ਤੇ ਮੈਂਬਰਾਂ ਨੂੰ ਇਹਨਾਂ ਨੇ ਗੁੰਮਰਾਹ ਵੀ ਕੀਤਾ, ਸਹੁੰਆਂ ਵੀ ਖਵਾਈਆਂ, ਈਵਨ ਲਾਲਚ ਵੀ ਦਿੱਤੇ, ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ 'ਚ ਇਹ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਹੈ ਉਹ ਸੇਵਾ ਲਈ ਆਏ ਹੈ ਜੀ, ਨਾ ਕਿ ਖਰੀਦੋ ਫਰੋਖਤ ਹੋ ਕੇ ਤੇ ਕੋਈ ਲਾਲਚ ਵਿੱਚ ਆਉਣ। ਕਿਸੇ ਦੇ ਮੁਲਾਜ਼ਮ ਵਾਧੂ ਲਾ ਦਿੱਤੇ, ਕਿਸੇ ਦੀਆਂ ਪੱਕੀਆਂ ਕਰ ਦਿੱਤਾ, ਕਿਸੇ ਨੂੰ ਕੁਝ ਕਰ ਦਿੱਤਾ, ਕਿਸੇ ਮਤਲਬ ਇਹੋ ਜਿਹੇ ਲਾਲਚ ਦੇ ਕੇ। ਸਭ ਤੋਂ ਵੱਧ ਲਾਲਚ ਕੀ ਦਿੱਤਾ ਗਿਆ? ਨਹੀਂ, ਚਲੋ ਸਾਰੇ ਤਰ੍ਹਾਂ ਦੇ ਮੁਲਾਜ਼ਮ ਤੇਰੇ ਰੱਖ ਦਿੰਨੇ ਆ, 2 ਤੇਰੇ 4 ਰੱਖ ਦਿੰਨੇ ਆ, ਤੇਰੇ ਪੱਕਾ ਕਰ ਦਿੰਨੇ ਆ, ਤੇਰੀ ਪ੍ਰਮੋਸ਼ਨ ਕਰ ਦਿੰਨੇ ਆ। ਮੈਂਬਰਾਂ ਨੂੰ ਇਹੋ ਕੁਝ ਹੀ ਹੁੰਦਾ ਜੀ, ਇਹਦੀ ਬਦਲੀ ਕਰ ਦਿਓ ਜੀ, ਇਹਦੇ ਪੱਕਾ ਕਰ ਦਿਓ, ਇਹਨੂੰ ਇਹੋ ਜਿਹੀਆਂ ਚੀਜ਼ਾਂ। ਤੇ ਹੋ ਸਕਦਾ ਦੂਜੇ ਵੀ ਦਿੱਤੇ ਹੋਣ, ਮੈਂ ਦੇਖੇ ਤਾਂ ਨਹੀਂ, ਪਰ ਜਿਹੜੀ ਆਮ ਲੋਕਾਂ 'ਚੋਂ ਆਈ ਹੈ ਗੱਲ ਵੀ ਉਹ ਕੀਤੇ ਇਹਨਾਂ ਨੇ। ਪਰ ਅਫਸੋਸ ਹੈ ਕਿ ਜੇ ਗੁਰਦੁਆਰਿਆਂ ਵਿੱਚ ਹੀ ਆਪਾਂ ਇਹ ਕੰਮ ਸ਼ੁਰੂ ਕਰਤੇ ਤੇ ਫਿਰ ਤੇ ਰਾਜਨੀਤੀ ਆਪੇ ਹੋਈ ਉੱਥੇ ਭਾਰੀ ਹੋਈ, ਹਾਵੀ ਹੋ ਗਈ ਨਾ। ਸਾਰੀ ਜਿਹੜੀ ਲੀਡਰਸ਼ਿਪ ਉੱਥੇ ਜਾ ਕੇ ਬੈਠ ਜਾਏ, ਸਿਰਫ ਮੈਂਬਰਾਂ ਨੂੰ 3 ਦਿਨ ਕਾਬੂ ਕਰਕੇ ਉਹਨਾਂ ਨੇ ਸਹੁੰ ਖਵਾ ਕੇ ਕਿੱਦਾਂ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਉੱਥੇ, ਤੇ ਗੁਰਪੁਰਬ ਵੀ ਘਰਾਂ 'ਚ ਨਹੀਂ ਮਨਾਉਣ ਦਿੱਤਾ, ਆਪਣੇ ਗੁਰਦੁਆਰੇ 'ਚ ਨਹੀਂ ਮਨਾਉਣ ਦਿੱਤਾ। ਇਹ ਤੋਂ ਵੱਡਾ ਮਤਲਬ ਵੀ ਡੈਮੋਕ੍ਰੇਸੀ ਦਾ ਕਾਰਨ ਕੀ ਹੋ ਸਕਦਾ? ਮੈਂ ਸਵੇਰੇ ਗਈ, ਮੇਰਾ ਜੀ 3 ਦਿਨ ਕਿਸੇ ਨੇ ਟੈਲੀਫੋਨ ਨਹੀਂ ਚੁੱਕ ਸਕੇ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੇਜਰਾਂ ਦੇ ਫੋਨ ਦਿੱਤੇ ਹੋਏ ਸੀ ਵੀ ਘਰਾਂ ਨੂੰ ਜੇ ਕਰਨੇ ਤੇ ਉੱਤੇ ਕਰਨੇ, ਤੇ ਬੀਬੀ ਦਾ ਫੋਨ ਨਹੀਂ ਕਿਸੇ ਨੇ ਅਟੈਂਡ ਕਰਨਾ। ਜੇ ਫੋਨ ਅਟੈਂਡ ਕਰ ਲਿਆ ਤੇ ਉਹਨੂੰ ਬਾਹਰ ਕੱਢ ਦਿੱਤਾ ਜਾਣ ਪਾਰਟੀ 'ਚੋਂ। ਤੇ ਮੈਂ ਮਜਬੂਰ ਨਹੀਂ ਕੀਤਾ ਕਿਸੇ ਨੂੰ। ਫੋਨ ਮੈਂ ਜੇ ਕਰਦੀ ਸੀ ਕੋਈ ਚੁੱਕਿਆ ਠੀਕ ਹੈ, ਨਹੀਂ ਤੇ ਨਾ ਸੀ। ਸਵੇਰੇ ਮੈਂ ਠੀਕ ਘਰੋਂ 9 ਵਜੇ ਗਈ ਹਾਂ ਜੀ, 9-10 ਵਜੇ, 1 ਵਜੇ ਮੀਟਿੰਗ ਹੋਣੀ ਸੀ, 10 ਵਜੇ ਗਈ ਹਾਂ, ਮੱਥਾ ਟੇਕਿਆ ਗੁਰੂ ਸਾਹਿਬ ਦੇ ਘਰ, ਉੱਥੇ ਚਲੇ ਗਈ। ਕਿਸੇ ਮੈਂਬਰ ਨੂੰ ਮੈਂ ਨਹੀਂ ਬੁਲਾਇਆ, ਕਿਸੇ ਨੂੰ ਮੈਂ ਕੁਝ ਨਹੀਂ ਕਿਹਾ। ਮੈਂ ਕਿਹਾ ਜ਼ਮੀਰ ਦੀ ਆਵਾਜ਼ ਤੇ ਜਿੰਨੀ ਵੋਟ ਪਾਉਣੀ ਪਾ ਦਿਓ। ਮਤਲਬ ਕਹਿਣ ਤੋਂ ਭਾਵ ਕਿ ਜੇ ਉੱਥੇ ਵੀ ਅਸੀਂ ਗੁਰੂ ਘਰ 'ਚ ਵੀ ਆਜ਼ਾਦ ਨਹੀਂ ਰਹਿਣ ਦੇਣੇ, ਉੱਥੇ ਵੀ ਸਹੁੰਆਂ ਹੀ ਖਵਾਉਣੀਆਂ, ਉੱਥੇ ਪੈਸਿਆਂ ਦੇ ਲਾਲਚ ਦੇਣੇ, ਉੱਥੇ ਚੀਜ਼ਾਂ ਦੇ ਲਾਲਚ ਦੇਣੇ, ਤੇ ਫਿਰ ਆਪਾਂ ਕਿੱਥੇ ਬਚਾਂਗੇ, ਕਿੱਥੇ? ਬੀਬੀ, ਜਿਹੜਾ ਤੁਸੀਂ ਹੁਣ ਇਹ ਫਰੰਟ ਬਣਾ ਰਹੇ ਹੋ ਜਿੱਥੇ ਸਾਰੇ ਇਕੱਠੇ ਹੋ ਰਹੇ ਹੋ, ਬਹੁਤ ਲੋਕ ਇਹ ਵੀ ਕਹਿ ਰਹੇ ਨੇ, ਜਾਂ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਲਈਏ, ਇੱਕ ਲਫ਼ਜ਼ ਦਾ ਇਸਤੇਮਾਲ ਕਰ ਰਹੇ ਨੇ, ਕਹਿੰਦੇ ਸਾਰੇ ਚੱਲੇ ਹੋਏ ਕਾਰਤੂਸ ਇਕੱਠੇ ਹੋ ਰਹੇ ਨੇ। ਕਹਿੰਦੇ ਕਿ ਜਿਨ੍ਹਾਂ ਦਾ ਆਪ ਦਾ ਕੋਈ ਸਿਆਸੀ ਭਵਿੱਖ ਨਹੀਂ ਰਿਹਾ, ਵੋਟਾਂ ਹਾਰ ਗਏ, ਜਾਂ ਕਹਿ ਲਓ ਕਿ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ, ਤਾਂ ਕਹਿੰਦੇ ਇਹ ਇਕੱਠੇ ਹੋ ਕੇ ਹੁਣ ਕੀ ਅਕਾਲੀ ਦਲ ਕੋਈ ਬਚਾ ਲੈਣਗੇ? ਜ਼ਰੂਰੀ ਤਾਂ ਨਹੀਂ ਕਿ ਇਹਨਾਂ ਸਾਰਿਆਂ ਇਹੋ ਹੀ ਰਹਿ ਗਏ ਪੰਜਾਬ 'ਚ। ਬਾਕੀ ਬਹੁਤ ਸਾਰੇ ਲੋਕ ਨੇ ਜਿਹੜੇ ਨਾਲ ਤੁਰਨ ਨੂੰ ਤਿਆਰ ਹੈ। ਬਹੁਤ ਸਾਰੇ ਲੋਕ ਚਾਹੁੰਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨਹੀਂ ਮੰਨਣਾ ਚਾਹੁੰਦੇ, ਅਕਾਲੀ ਦਲ ਨੂੰ ਚਾਹੁੰਦੇ ਆ, ਉਹ ਵਿੱਚ ਆਉਣਾ ਚਾਹੁੰਦੇ ਆ ਕਿ ਤੁਸੀਂ ਤੁਰੋ, ਅਸੀਂ ਤੁਹਾਡੇ ਨਾਲ ਹੈ। ਔਰ ਕੁਝ ਐਸੇ ਲੋਕ ਵੀ ਹੈ ਜਿਹੜੇ ਸੱਚੀ ਮੁੱਚੀ ਦਿਲੋਂ ਹੀ ਜੁੜੇ ਹੋਏ ਆ ਅਕਾਲੀ ਦਲ ਦੇ ਨਾਲ। ਉਹਨਾਂ ਦੇ ਮਨ ਤੇ ਚਿੰਤਾ ਹੈ, ਉਹ ਪਰੇਸ਼ਾਨ ਹੈ ਕਿ ਅਸੀਂ ਉਹਨਾਂ ਨੂੰ ਅਸੀਂ ਚਾਹੁੰਦੇ ਨਹੀਂ, ਦੂਜੇ ਪਾਸੇ ਅਸੀਂ ਜਾ ਨਹੀਂ ਸਕਦੇ, ਕਾਂਗਰਸ ਨੂੰ ਵੋਟਾਂ ਨਹੀਂ ਪਾ ਸਕਦੇ, ਬੀਜੇਪੀ 'ਚ ਨਹੀਂ ਜਾ ਸਕਦੇ। ਤੁਸੀਂ ਇਹ ਦੇਖੋ ਸਿੱਖ ਕਿੰਨੇ ਸ਼ਾਮਲ ਹੋ ਰਹੇ ਆ ਬੀਜੇਪੀ 'ਚ, ਪਰ ਅਜੇ ਵੀ ਲੋਕਾਂ ਦਾ ਮਨ ਜਿਹੜਾ ਨਾ ਜੀ ਉਹ ਅਕਾਲੀ ਦਲ 'ਚ ਹੀ ਹੈ, ਸ਼੍ਰੋਮਣੀ ਅਕਾਲੀ ਦਲ 'ਚ। ਜੇ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਮਤਲਬ ਪਾਰਟੀ ਤਿਆਰ ਨਹੀਂ ਹੁੰਦੀ ਬਾਦਲ ਸਾਹਿਬ ਤੋਂ ਇਲਾਵਾ, ਇਹਦਾ ਮਤਲਬ ਫਿਰ ਨੁਕਸਾਨ ਹੋਏਗਾ। ਆਮ ਆਦਮੀ ਪਾਰਟੀ ਤੋਂ ਦੁਖੀ ਹੋ ਗਏ, ਸਰਕਾਰ ਫੇਲ ਹੋ ਗਈ, 9 ਮਹੀਨੇ ਜਾਂ ਸਾਲ ਨਹੀਂ ਹੋਇਆ ਪੂਰਾ, ਸਰਕਾਰ ਫੇਲ ਹੋ ਗਈ ਹੈ, ਲੋਕ ਉਹਨਾਂ ਤੋਂ ਪਰੇਸ਼ਾਨ ਹੈ। ਕੀ ਹਾਲ ਬਣਿਆ ਦੇਖੋ, ਜਿੱਥੇ ਆਫੀਸਰ ਬਿਊਰੋਕਰੇਟਸ ਵੀ ਜਿਹੜੇ ਬਿਊਰੋਕ੍ਰੇਸੀ ਵੀ ਜਿਹੜੀ ਖਤਮ ਹੋ ਜਾਏ। ਕੱਲ ਸਾਰੇ ਪੀਸੀਐਸ ਕੀ ਆਈਐਸ ਕੀ ਦਫ਼ਤਰ ਬੰਦ, ਸਭ ਕੁਝ ਹੋ ਗਿਆ। ਹੁਣ ਇੱਥੋਂ ਅੱਗੇ ਜਨਾਜ਼ਾ ਕੀ ਨਿਕਲਣਾ ਸਰਕਾਰ ਦਾ? ਤੁਸੀਂ ਜ਼ਿਕਰ ਕੀਤਾ ਕਿ ਜੇ ਅਕਾਲੀ ਦਲ ਬਾਦਲ ਤੋਂ ਇਲਾਵਾ ਕੋਈ ਹੋਰ ਪਾਰਟੀ ਨਹੀਂ ਬਣਦੀ ਤਾਂ ਨੁਕਸਾਨ ਹੋ ਜਾਊਗਾ। ਲੋਕੀ ਇਹ ਵੀ ਕਹਿੰਦੇ ਨੇ, ਕਹਿੰਦੇ ਕਿ ਬੀਜੇਪੀ ਇਹ ਸਾਰਾ ਹੀ ਖੇਡ ਰਹੀ ਹੈ, ਬੀਜੇਪੀ ਹੀ ਤੁਹਾਨੂੰ ਬੈਕਿੰਗ ਕਰਕੇ ਇੱਕ ਅਲੱਗ ਤੋਂ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਖੜੀ ਕਰ ਰਹੀ ਹੈ। ਬੜੇ ਦੁੱਖ ਦੀ ਗੱਲ ਹੈ ਜੀ, ਜਿਹੜਾ ਕੋਈ ਪਹਿਲਾਂ ਜਦਾ ਗੁਰਚਰਨ ਸਿੰਘ ਟੌੜਾ ਸੀ,
ਉਹ ਜੇ ਇਹਨਾਂ ਨਾਲ ਨਾਰਾਜ਼ ਹੋਇਆ ਤੇ ਇਹ ਕਹਿੰਦੇ ਜੀ ਕਾਂਗਰਸ ਦਾ, ਇਹਨੂੰ ਕਾਂਗਰਸ ਨੇ ਪੱਟ ਦਿੱਤਾ। ਇਹਦਾ ਮਤਲਬ ਕਿ ਇਹ ਲਾਇਸੈਂਸ ਦਿੰਦੇ ਆ ਬੰਦੇ ਨੂੰ ਵੀ ਜਿਹੜੇ ਆਪ ਭਾਜਪਾ ਨਾਲ ਇੰਨਾ ਲੰਬਾ ਸਾਂਝ ਪਾਈ ਰੱਖੀ, ਮਿਨਿਸਟਰੀਆਂ ਮਾਣੀਆਂ, ਸਰਕਾਰਾਂ ਦਾ ਆਨੰਦ ਲਿਆ, MP ਬਣੇ, ਆਪ ਚੋਣਾਂ ਲੜੀਆਂ ਜੀ, ਔਰ ਅੱਜ ਉਹ ਕਹਿਣ ਸਾਨੂੰ। ਇਹਦਾ ਮਤਲਬ ਜੇ ਦੂਜਾ ਕਵੇ, ਦੂਜਾ ਕੋਈ ਦੂਸਰੀ ਪਾਰਟੀ ਕੋਈ ਅਲਾਈਅੰਸ ਕਰ ਲੇ, ਫਿਰ ਤੇ ਗਲਤ ਹੈ, ਫਿਰ ਤੇ ਰਲ ਗਿਆ, ਫਿਰ ਤੇ ਉਹ ਪਿੱਠੂ ਬਣ ਗਿਆ। ਤੇ ਜਦੋਂ ਆਪ ਹੁਣ ਜੇ ਢੀਂਡਸਾ ਸਾਹਿਬ ਨੇ ਕੀਤਾ ਹੋਏਗਾ, ਮੈਂ ਨਹੀਂ ਕਹਿੰਦੀ ਕਿ ਉਹਨੇ ਕੀਤਾ ਚੰਗਾ ਕੀਤਾ ਮਾੜਾ ਕੀਤਾ, ਉਹ ਤੇ ਮਾੜਾ। ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਕਰੇ ਤੇ ਫਿਰ ਠੀਕ ਹੈ, ਜੋ ਅਸੀਂ ਕਰੀਏ ਉਹ ਠੀਕ ਹੈ, ਜਿਹੜਾ ਦੂਜਾ ਕਰੇ ਫਿਰ ਉਹਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਸੋ ਦੇਖਣਾ ਇਹ ਹੈ ਕਿ ਜਿਹੜਾ ਕਿਸੇ ਨਾਲ ਅਲਾਈਅੰਸ ਕਰਕੇ ਪੰਜਾਬ ਦਾ ਨੁਕਸਾਨ ਕਰੇ ਉਹ ਗਲਤ ਹੈ, ਕਿ ਜਿਹੜਾ ਕਿਸੇ ਨਾਲ ਅਲਾਈਅੰਸ ਕਰਕੇ ਪੰਜਾਬ ਨੂੰ ਬਚਾਏ ਵੀ ਤੇ ਪੰਜਾਬ ਨੂੰ ਤਕੜਾ ਵੀ ਕਰੇ ਤੇ ਉਹਦਾ ਬੈਨੀਫਿਟ ਵੀ ਕਰੇ ਤੇ ਪੰਥਕ ਪਰੰਪਰਾਵਾਂ ਵੀ ਬਚਾਵੇ, ਮਰਿਆਦਾ ਵੀ ਬਚਾਏ, ਉਹ ਠੀਕ ਹੈ। ਤੁਹਾਨੂੰ ਲੱਗਦਾ ਕਿ ਜੇ ਤੁਹਾਡੇ ਵਾਲਾ ਜਿਹੜਾ ਇਹ ਸਾਰਾ ਢਾਂਚਾ ਹੈ, ਤੁਹਾਡੇ ਵਾਲੇ ਲੋਕ ਨੇ, ਤੁਹਾਡੇ ਵਾਲਾ ਜਿਹੜਾ ਸਟਰਕਚਰ ਹੈ ਇਹ ਬਣ ਜਾਂਦਾ ਹੈ ਔਰ ਬੀਜੇਪੀ ਨਾਲ ਜੇ ਅਲਾਈਅੰਸ ਹੁੰਦਾ ਹੈ, ਤੁਹਾਨੂੰ ਲੱਗਦਾ ਕਿ ਇਹ ਸਹੀ ਰਹੂਗਾ? ਦੇਖੋ ਅਸੀਂ ਇਹ ਸੋਚ ਕੇ ਨਹੀਂ ਤੁਰੇ, ਅਸੀਂ ਤੇ ਆਪਣਾ ਘਰ ਮਜ਼ਬੂਤ ਕਰਾਂਗੇ, ਅਸੀਂ ਤੇ ਆਪਣਾ ਬੋਲ ਬਣਾਵਾਂਗੇ, ਫਿਰ ਦੇਖਾਂਗੇ ਬਾਅਦ ਵਿੱਚ। 24 ਦੀ ਚੋਣ ਲੜੋਗੇ ਤੁਸੀਂ? ਅਜੇ ਤਾਂ ਬਹੁਤ ਦੂਰ ਹੈ ਜੀ, ਅਜੇ ਤੱਕ ਤੇ ਅਸੀਂ ਸਾਲ ਰਹਿ ਗਿਆ ਬੀਬੀ ਜੀ, ਅਜੇ ਸੋਚ ਹੀ ਰਹੇ ਹਾਂ ਜੀ। ਸਾਲ ਰਹਿ ਗਿਆ। ਸਿਆਸਤਦਾਨ ਵਾਸਤੇ ਤਾਂ ਇੱਕ ਦਿਨ ਬਹੁਤ ਕੀਮਤੀ ਹੁੰਦਾ ਹੈ। ਅਜੇ ਤੇ ਮੈਂ ਤੁਰੀ ਸਿਆਸਤਦਾਨ ਤਾਂ ਆਪਣਾ ਗਰਾਊਂਡ ਇੱਕ ਦਿਨ ਪਹਿਲਾਂ ਅਜੇ ਤੇ ਅਸੀਂ ਕੁਝ ਬਣਾਇਆ ਵੀ ਨਹੀਂ, ਪਹਿਲਾਂ ਬਣਾ ਦੇ ਲਈਏ ਕੁਝ। ਅਜੇ ਤੱਕ ਤੇ ਆਪਾਂ ਆਜ਼ਾਦ ਪੰਛੀ ਹੈ ਜੀ। ਸੰਗਤ ਸਾਰੀ ਨਾਲ ਪਿਆਰ ਕਰਦੀ ਹੈ, ਸੰਗਤ ਸਾਰੀ ਤੁਰੀ ਹੋਈ ਹੈ ਮੇਰੇ ਨਾਲ, ਸੰਗਤ ਦਾ ਸਤਿਕਾਰ ਦਿੰਦੀ ਹੈ, ਸੰਗਤ ਕਹਿੰਦੀ ਹੈ ਤੁਰੋ, ਤੇ ਮੈਂ ਉਹਨਾਂ ਦੇ ਕਹਿਣ ਤੇ ਤੁਰੀ ਹਾਂ। ਜੇ ਸੰਗਤ ਮੈਨੂੰ ਕਹਿ ਦੇ ਕਿ ਤੁਸੀਂ ਬਿਲਕੁਲ ਨਹੀਂ ਕਰਨਾ, ਤੁਸੀਂ ਬਿਲਕੁਲ ਨਹੀਂ ਤੁਰਨਾ, ਮੈਂ ਆਰਾਮ ਦੇ ਨਾਲ ਆਪਣੇ ਧਰਮ ਦੀ ਗੱਲ ਕਰੀ ਜਾਵਾਂ ਤੇ ਮੈਨੂੰ ਕੀ ਲੋੜ ਹੈ ਜੀ। ਮੈਂ ਆਨੰਦ ਚ ਸੰਗਤ ਕਹਿੰਦੀ ਤਾਂ ਹੈ ਤੁਹਾਨੂੰ ਕਿ ਬੀਬੀ ਜੀ ਚੋਣ ਲੜੋ? ਨਹੀਂ, ਸੰਗਤ ਬਹੁਤ ਕਹਿੰਦੀ ਹੈ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ, ਨਹੀਂ ਤੇ ਸਾਡਾ ਨੁਕਸਾਨ ਬਹੁਤ। ਪਰ ਤੁਸੀਂ ਹੋਲਡ ਕਿਵੇਂ ਰੱਖੋਗੇ ਨਾ ਸ਼੍ਰੋਮਣੀ ਅਕਾਲੀ ਦਲ? ਤਾਂ ਉਹ ਕਹਿੰਦੇ ਕਿ ਸਾਡਾ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡਾ ਹੈ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਿਆ ਹੋਇਆ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਹੋਇਆ ਹੈ, ਇਹੋ ਜਿਹੇ ਹੋਰ ਕਿੰਨੇ ਹੀ ਬਣੇ ਹੋਏ ਨੇ। ਸਾਰੇ ਆਪਣੇ ਆਪਣੇ ਕਰਨਗੇ ਸੇਵਾ, ਜਿਸ ਮਸਤਕ ਭਾਗ ਸੁਲਾਗਾ ਸੇਵ, ਜਿਹੜੀ ਪ੍ਰਮਾਤਮਾ ਨੇ ਬਖਸ਼ ਦੇਣੀ ਦੇ ਦੇਣਗੇ। ਨਵੇਂ ਢਾਂਚੇ ਦਾ ਨਾਮ ਕੀ ਹੋਊਗਾ? ਦੱਸ ਦਿਆਂਗੇ ਜਦੋਂ ਬਣਾਵਾਂਗੇ। ਹੋਊਗਾ ਸ਼੍ਰੋਮਣੀ ਅਕਾਲੀ ਦਲ, ਅੱਗੇ ਨਾਮ ਕੁਝ ਹੋਰ ਲੱਗੂਗਾ? ਚਲੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਊਗਾ, ਨਹੀਂ ਰਹਿਣਾ ਤੇ ਸ਼੍ਰੋਮਣੀ ਅਕਾਲੀ ਦਲ ਹੀ। ਠੀਕ ਹੈ ਬੀਬੀ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਦੇ ਲਈ। ਤਾਂ ਬੀਬੀ ਜਗੀਰ ਕੌਰ ਖਾਸ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਸੀ ਔਰ ਗੱਲਬਾਤ ਹੋਈ ਹੈ ਬੀਬੀ ਜੀ ਦੇ ਅਗਲੇ ਸਿਆਸੀ ਜਾਂ ਰਾਜਨੀਤੀ ਭਵਿੱਖ ਬਾਰੇ। ਤਾਂ ਦੇਖਦੇ ਹਾਂ ਹੁਣ ਕਦੋਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਨਵਾਂ ਢਾਂਚਾ ਤਿਆਰ ਹੁੰਦਾ ਹੈ, ਕੀ ਰੂਪਰੇਖਾ ਰਹਿੰਦੀ ਹੈ। ਔਰ ਨਾਲ ਹੀ ਬੀਬੀ ਜਗੀਰ ਕੌਰ ਜੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜੇ ਧਰਮ ਨੂੰ ਬਚਾਉਣਾ ਤਾਂ SGPC ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਚੋਣਾਂ ਜਿਹੜੀਆਂ ਨੇ ਉਹ ਜਲਦ ਤੋਂ ਜਲਦ ਹੋਣੀਆਂ ਚਾਹੀਦੀਆਂ ਨੇ।